इस सुविधा सेंटर ਦੇ ਵਿੱਚ ਮੈਂ ਤੀਜੀ ਵਾਰ ਆਇਆ ਜੀ ਤੇ ਗੈਸਪੁਰੇ ਵਾਲੇ 'ਚ ਮੈਂ 6 ਮਹੀਨੇ ਤੋਂ ਲਗਾਤਾਰ ਗੇੜੇ ਮਾਰ ਰਿਹਾ 6 ਮਹੀਨੇ ਹੋ ਗਏ। ਹਾਂਜੀ ਕਹਿੰਦੇ ਕੀ ਨੇ ਉਹ? ਕਹਿੰਦੇ ਕਿ ਜੀ ਆਹ ਆਨਲਾਈਨ ਕਰਾ ਲਓ, ਆਹ ਫਲਾਨਾ ਕਰਾ ਲਓ, ਫਾਰਮ ਭਰਾਉਂਦੇ ਨੇ 10-10 ਰੁਪਏ ਫਾਰਮ ਦੇ ਲੈਂਦੇ ਨੇ। ਇਹ ਪਹਿਲੇ ਵਾਲੀ ਫਾਈਲ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਜ਼ਰ ਮਰਵਾਓ। ਇਹ ਇੱਕ ਉੱਪਰ ਵਾਲਾ ਫਾਰਮ ਭਰਨ ਦੇ 50 ਰੁਪਏ ਵਸੂਲੇ ਗਏ ਨੇ ਇਸ ਸੇਵਾ ਕੇਂਦਰ ਦੇ ਵਿੱਚ ਔਰ ਨਾਮ ਜਸਵਿੰਦਰ ਦੱਸਿਆ ਜਾ ਰਿਹਾ, ਹੁਣੇ ਵੈਰੀਫਾਈ ਕਰ ਦਿੰਦੇ ਆ। ਸੋ ਇਹ ਜਿਹੜਾ ਫਾਰਮ ਸਿਰਫ 4 ਲਾਈਨਾਂ ਲਿਖਣ ਦਾ ਇੱਕ ਇਹਨਾਂ ਲੋਕਾਂ ਤੋਂ 50 ਰੁਪਏ ਵਸੂਲੇ ਗਏ ਨੇ ਔਰ ਕੋਈ ਸਰਕਾਰੀ ਰਸੀਦ ਵੀ ਨਹੀਂ ਦਿੱਤੀ ਗਈ। ਉਹਨਾਂ ਨੇ 1 ਵੀ ਰੁਪਈਆ ਨਹੀਂ ਲਿਆ, ਮੇਰਾ ਕੰਮ ਕਰਨ ਵਾਸਤੇ ਓਕੇ ਕਰਤਾ। ਉਹਨਾਂ ਨੇ ਮੈਨੂੰ ਸਹੀ ਰਾਸਤਾ ਪਾਇਆ। ਤੁਸੀਂ ਤਾਂ ਮੈਨੂੰ ਫਾਰਮ ਵੇਚ ਕੇ ਵੀ ਪੈਸੇ ਲੈ ਕੇ ਵੀ ਮੇਰਾ ਕੰਮ ਨਹੀਂ ਕੀਤਾ। ਆ ਉਰੇ ਮੈਂ ਫਾਰਮ ਪਾੜ ਕੇ ਪ੍ਰੋਪਰਲੀ ਪੂਰਾ ਰਿਕਾਰਡ ਹੈ, ਪੂਰੀ ਸਲਿੱਪ ਹੈ। 10 ਰੁਪਏ ਦੀ ਜੇ ਫੀਸ ਹੈ ਤਾਂ ਗਵਰਨਮੈਂਟ ਵੱਲੋਂ ਅਪਰੂਵਡ ਹੀ ਹੈ, ਉਹ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ। ਜੇ ਗਵਰਨਮੈਂਟ ਕਹੇਗੀ ਇਹ ਫਾਰਮ ਭਰੋ ਤਾਂ ਫਿਰ ਅਸੀਂ ਭਰ ਸਕਦੇ ਹਾਂ। मैं 4 बार आ गई हाँ, फार्म में भर के नहीं देंगे, भर लो। मेरे बेटे ने भरिया, वो फिर बेचारे ने गलत भरता, पता नहीं की बच्चे ने नहीं भरना। इन्होंने मैं तरले किए, मैं फार्म भर दो, इन्होंने नहीं भरिया, कहते आपे। हुण फिर लेबर दफ्तर गई, ऑब्जेक्शन आ रही है। 2 साल हो गए इन्होंने डैथ नूं, अजे तक कोई सानूं पैसा नहीं मिला। जैसे काउंसलर के होता है, साइन करवाओ तो यहाँ से फार्म भर के देते हैं तो कहता है कि इतना ये रुपया 100 रुपया जमा कराओ, 100 रुपया लगेगा। फिर जाके जाओ काउंसलर से करा, फिर जाके को पटवारी से करा के लाओ, फिर जो बनता है इनका ये लेते। फिर ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਤੁਹਾਡਾ ਨਾਲ ਸੁਸ਼ੀਲ ਮਚਾਨ। ਲੁਧਿਆਣਾ ਲਾਈਵ ਦੀ ਟੀਮ ਪਹੁੰਚ ਚੁੱਕੀ ਹੋਈ ਹੈ ਸੁਵਿਧਾ ਸੇਵਾ ਕੇਂਦਰ ਦੇ ਵਿੱਚ, ਜਿਹੜਾ ਕਿ ਗੈਸਪੁਰਾ ਦੇ ਨਜ਼ਦੀਕ ਸਥਿਤ ਨੇ। ਨੇੜੇ 2 ਸੇਵਾ ਕੇਂਦਰ ਨੇ ਔਰ 2 ਸੇਵਾ ਕੇਂਦਰ ਸਰਕਾਰ ਦੀਆਂ ਗਲਤ ਰਣਨੀਤੀਆਂ ਦੀ ਪੋਲ ਖੋਲ ਰਹੀ ਹੈ। ਇਹ ਸੇਵਾ ਕੇਂਦਰ ਉਹ ਸੇਵਾ ਕੇਂਦਰ ਨੇ ਜਿੱਥੇ ਅਕਸਰ ਆਏ ਦਿਨ ਇਹ ਸੁਰਖੀਆਂ 'ਚ ਰਹਿੰਦੇ ਨੇ ਜਦੋਂ ਲੋਕ ਪਰੇਸ਼ਾਨ ਹੁੰਦੇ ਨੇ। ਦਿਖਾਓ ਤਸਵੀਰਾਂ ਇਹਨਾਂ ਸੇਵਾ ਕੇਂਦਰਾਂ ਦੀਆਂ, ਜਿੱਥੇ ਇਹ ਸੇਵਾ ਕੇਂਦਰਾਂ ਨੇ ਇੱਕ ਆਪਣਾ ਪਰਸਨਲ ਵਪਾਰ ਬਣਾਇਆ, ਯਾਨੀ ਨਿੱਜੀ ਧੰਦਾ ਬਣਾਇਆ ਹੋਇਆ ਵਾ, ਜਿੱਥੇ ਲੋਕਾਂ ਤੋਂ ਪੈਸਾ ਵਸੂਲਿਆ ਜਾਂਦਾ ਵਾ ਫਾਰਮ ਭਰਨ ਦੇ ਨਾਮ ਦੇ ਉੱਤੇ। ਸਾਡੇ ਨਾਲ ਬਹੁਤ ਸਾਰੇ ਲੋਕ ਇਹੋ ਜਿਹੇ ਮੌਜੂਦ ਨੇ, ਆਪਾਂ ਗੱਲ ਕਰਦੇ ਹਾਂ। ਪਹਿਲੇ ਇਸ ਬੰਦੇ ਦੀ ਸਮੱਸਿਆ ਸੁਣਦੇ हैं, ਇਹ ਕੀ ਕਹਿੰਦੇ ਨੇ। ਹਾਂਜੀ भाई साहब, क्या नाम है आपका? मेरा नाम राम कुमार है जी। क्या प्रॉब्लम क्या है? ਪ੍ਰੋਬਲਮ ਇਹ ਆ ਜੀ, ਮੇਰੇ ਸਿਵਲ ਹਸਪੀਟਲ 'ਚ ਬੱਚੇ ਦਾ ਜਨਮ ਹੁੰਦਾ ਜਿਹਦੇ ਵਿੱਚ ਮਾਤਾ ਦਾ ਨਾਂ ਗਲਤ ਪੈ ਜਾਂਦਾ, ਉਹ ਮੈਂ ਸਹੀ ਕਰਾਉਣ ਲਈ ਘੱਟੋ ਘੱਟ 6 ਮਹੀਨਿਆਂ ਤੋਂ ਚੱਕਰ ਮਾਰ ਰਿਹਾ। ਸੁਵਿਧਾ ਸੈਂਟਰ ਦੇ ਪਹਿਲਾਂ ਗੈਸਪੁਰੇ ਵਾਲੇ ਨਾਲ ਦੂਆ ਜਿਹੜਾ ਸੁਵਿਧਾ ਸੈਂਟਰ ਆ ਉੱਥੇ ਮੈਂ ਆਨਲਾਈਨ ਕਰਾ ਲਿਆ। ਕਹਿੰਦਾ ਆਨਲਾਈਨ ਤੁਸੀਂ ਕਰਾਓਗੇ ਤਾਂ ਇਹ ਸਹੀ ਹੋ ਜਾਏਗਾ। ਹੁਣ ਸਹੀ ਆਨਲਾਈਨ ਕਰਾਉਣ ਤੋਂ ਬਾਅਦ ਕਹਿੰਦੇ ਵੀ 15 ਦਿਨਾਂ ਬਾਅਦ ਆਇਓ ਤੁਹਾਡਾ ਸਹੀ ਹੋ ਜਾਏਗਾ। ਹੁਣ ਸਹੀ ਆ ਗਿਆ ਮੈਂ ਤਾਂ ਦੁਬਾਰਾ ਕਹਿੰਦੇ ਤਾਂ ਕਿਤੇ ਸਹੀ ਨਹੀਂ ਹੋਣਾ। ਦੱਸੋ ਹੁਣ ਸਕੂਲ ਵਾਲੇ, ਮੇਰਾ ਬੱਚਾ 5ਵੀਂ ਜਮਾਤ ਦੇ ਵਿੱਚ ਆ ਤੇ ਉਹ ਕਹਿੰਦੇ ਭਾਈ ਇਹ ਸਹੀ ਕਰਾਓਗੇ ਤਾਂ ਹੀ ਜਾ ਕੇ ਬੱਚੇ ਦੀ ਲਾਈਫ ਬਣਨੀ ਆ, ਤੇ ਇਹ ਸਹੀ ਕਰਕੇ ਦੇ ਨਹੀਂ ਰਹੇ। ਹੁਣ ਮੈਨੂੰ ਅੱਗੇ ਰਾਹ ਪੱਲਾ ਫੜਾ ਨਹੀਂ ਰਹੇ। ਹੁਣ ਮੈਂ ਦੱਸੋ ਕੀ ਕਰਾਂ। ਸੋ ਇਹ ਜੋ ਸਰਟੀਫਿਕੇਟ ਬਣਵਾਇਆ ਸੀਗਾ ਕਦੋਂ ਬਣਵਾਇਆ ਸੀ? ਇਹ ਜਨਮ ਵੇਲੇ ਜੀ। ਆਹ ਜਿਹੜਾ ਆਨਲਾਈਨ ਕਰਾਇਆ ਇਹ 3-4 ਮਹੀਨੇ ਪਹਿਲਾਂ ਬਣਾਇਆ ਜੀ। ਤੁਸੀਂ ਇੱਥੇ ਕਿੰਨੇ ਚਿਰ ਤੋਂ ਧੱਕੇ ਖਾ ਰਹੇ ਹੋ ਜਿਹੜਾ ਤੁਹਾਡਾ ਇਹ ਕੰਮ ਨਹੀਂ ਹੋ ਰਿਹਾ? ਇਸ ਸੁਵਿਧਾ ਸੈਂਟਰ ਦੇ ਵਿੱਚ ਮੈਂ ਤੀਜੀ ਵਾਰ ਆਇਆ ਜੀ ਤੇ ਗੈਸਪੁਰੇ ਵਾਲੇ 'ਚ ਮੈਂ 6 ਮਹੀਨੇ ਤੋਂ ਲਗਾਤਾਰ ਗੇੜੇ ਮਾਰ ਰਿਹਾ। 6 ਮਹੀਨੇ ਹੋ ਗਏ। ਹਾਂਜੀ। ਕਹਿੰਦੇ ਕੀ ਨੇ ਉਹ? ਕਹਿੰਦੇ ਕਿ ਜੀ ਆਹ ਆਨਲਾਈਨ ਕਰਾ ਲਓ, ਆਹ ਫਲਾਨਾ ਕਰਾ ਲਓ, ਫਾਰਮ ਭਰਾਉਂਦੇ ਨੇ 10-10 ਰੁਪਏ ਫਾਰਮ ਦੇ ਲੈਂਦੇ ਨੇ ਤੇ ਉਹ ਕਰਕੇ ਕੁਝ ਦਿੰਦੇ ਨਹੀਂ। ਮੁੜ ਕੇ ਇੱਕ ਕਾਗਜ਼ ਦਾ ਟੁਕੜਾ ਫਾਰਮ ਦਾ ਦਿਖਾਓ, ਕਿਹੜਾ ਫਾਰਮ ਦਾ 10 ਰੁਪਏ ਲੈਂਦੇ ਨੇ? ਇਦਾਂ ਦੇ ਫਾਰਮਾਂ ਦੇ ਜੀ। ਆ ਦੇਖੋ ਸਰਕਾਰ ਦੀਆਂ ਨੀਤੀਆਂ ਨੇ, ਜਿਹੜੇ ਕਿ ਸੇਵਾ ਕੇਂਦਰਾਂ ਦੇ ਵਿੱਚ ਇੱਕ ਕਾਗਜ਼ ਦਾ ਪ੍ਰਿੰਟ ਆਊਟ ਨੂੰ ਵੇਚਿਆ ਜਾ ਰਿਹਾ 10 ਰੁਪਏ ਦੇ ਵਿੱਚ, ਜਿੱਥੇ ਤਾਂ ਸਰਕਾਰ ਕਹਿੰਦੀ ਹੈ ਇਹ ਸਭ ਕੁਝ ਫ੍ਰੀ ਸੇਵਾਵਾਂ ਨੇ। ਅਗਰ ਫ੍ਰੀ ਸੇਵਾਵਾਂ ਨੇ ਤੇ 10 ਰੁਪਏ ਕਿਸ ਚੀਜ਼ ਦੇ ਦਿੱਤੇ ਜਾ ਰਹੇ ਨੇ? ਸੋ ਇਹ ਕਿਸ ਨੂੰ ਦਿੱਤੇ ਤੁਸੀਂ 10 ਰੁਪਏ? ਆ ਗੈਸਪੁਰੇ ਵਾਲੇ ਦੂਜੇ ਜਿਹੜੇ ਸੇਵਾ ਸੈਂਟਰ ਸੁਵਿਧਾ ਸੈਂਟਰ ਉਹਦੇ ਵਿੱਚ। ਆਪਾਂ ਅੰਦਰ ਚੱਲ ਕੇ ਜਿਹੜੇ ਹੋਰ ਮੁਲਾਜ਼ਮ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਕੀ ਕਹਿਣਾ ਹੈਗਾ ਉਹਨਾਂ ਦਾ। ਆਓ ਭਈਆ ਅੰਦਰ। ਭਾਈ ਸਾਹਿਬ, ਇੱਕ ਜਿਹੜੇ ਫਾਰਮ ਵੇਚੇ ਜਾਂਦੇ ਨੇ ਇੱਥੇ, ਜਿਵੇਂ ਕਿਸੇ ਨੇ ਆਧਾਰ ਕਾਰਡ ਬਣਵਾਉਣਾ ਵਾ ਜਾਂ ਕੁਝ ਚੇਂਜਿੰਗ ਕਰਵਾਉਣੀ, ਉਹ ਫਾਰਮ ਕਿੰਨੇ ਦਾ ਵੇਚਿਆ ਜਾਂਦਾ? ਉਹਦੇ ਹਰੇਕ ਫਾਰਮ ਦੇ ਅਲੱਗ-ਅਲੱਗ ਰੇਟ ਨੇ। ਆਧਾਰ ਕਾਰਡ ਦਾ ਫਾਰਮ ਅगर कोई चेंज कराना है फ्री ऑफ कॉस्ट ਹੁੰਦਾ ਜੀ। ये तो कह रहे फ्री ऑफ कॉस्ट होता है। ਉਧਰ ਦੂਏ ਸੁਵਿਧਾ ਸੈਂਟਰ ਦੇ ਵਿੱਚ ਮੇਰੇ ਤੋਂ 10 ਰੁਪਏ ਲਏ ਗਏ ਆ ਗੈਸਪੁਰੇ ਵਾਲੇ ਦੇ ਵਿੱਚ। ਇੱਥੇ ਮੈਨੂੰ ਫ੍ਰੀ ਦਿੱਤਾ ਗਿਆ।
ਇੱਥੇ ਫ੍ਰੀ ਦਿੱਤਾ ਗਿਆ, ਉਧਰ 10 ਰੁਪਏ ਦਿੱਤੇ ਗਏ ਨੇ। 10 ਰੁਪਏ ਹਰ ਇੱਕ ਫਾਰਮ ਦੇ 10 ਰੁਪਏ ਲੈ ਕੌਣ ਸੀਗਾ ਉੱਥੇ, ਪਤਾ ਕੁਝ ਤੁਹਾਨੂੰ? ਹਾਂਜੀ ਸਭ ਪਤਾ, ਕੌਣ ਆ ਬੰਦਾ ਉਹ? ਸਾਹਮਣੇ ਦੱਸ ਦਿਆਂਗਾ, ਨਾਂ ਤਾਂ ਨਹੀਂ ਮੈਨੂੰ ਪਤਾ, ਸਕਲੋਂ ਮੈਂ ਸਾਰਿਆਂ ਨੂੰ ਦੱਸ ਦਿਆਂਗਾ। ਥੋੜੀ ਦੇਰ 'ਚ ਆਪਾਂ ਉਧਰਲੇ ਸੇਵਾ ਕੇਂਦਰ ਵੀ ਚੱਲਾਂਗੇ, ਥੋੜੇ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਕਰਾਂਗੇ। ਹਾਂਜੀ भाई साहब, ਸਾਡੇ ਨਾਲ ਇੱਕ ਭਾਈ ਸਾਹਿਬ ਖੜੇ ਹੋਏ ਨੇ, क्या काम करवाने के लिए आए हो आप? कास्ट सर्टिफिकेट बनवाना था जी। हम अनपढ़ आदमी हैं, आए इनको पूछे, उन्होंने बोले कि कोई आपके भाई का बना हुआ हो वो चाहिए। फिर मैंने घर फ़ोन करके उनका मंगाया और फिर ला के मैंने इनको पास रखे। ये बोले कि फार्म भरने का मैं 50 रुपये लूँगा या फिर अपने आप भर लो। तो मैंने कहा मैं भरूँगा तो मेरे से गलत भी हो सकता है, तो आप अपने आप भर दो। तो अब उनका नाम नहीं पता, आप नहीं थे, कोई और था जो, हाँ उनको, हाँ जो भी होगा, मैं नाम नहीं जानता सर। हाँ उन्होंने भर दिया। उसके बाद मैंने जो आया था घर से हमारा, वो मैंने दिखाया भी, ये हम OBC में आते हैं, तो बोले कि ठीक है, उसे आप भर दिया। फिर भी वो गलत हो गया। फिर भी गलत हो गया? हाँ और फिर भी आपसे जो 50 रुपया उस लड़के ने लिया था जो इनकी जगह पे बैठा था, उसने कोई आपको सरकारी रिसिप्ट दिया? जी नहीं, जी नहीं, जी नहीं, कोई सरकारी रिसिप्ट नहीं दिया। ये पहले वाली फाइल है, मैं कैमरामैन को कहांगा एक बार नज़र मरवाओ। ये एक उपर वाला फार्म भरन दे 50 रुपये वसूले गए ने इस सेवा केंद्र दे विच, और नाम जसविंदर दस्सिया जा रहा, हुणे वेरीफाई कर दिंदे आ। सो ये जिहड़ा फार्म सिर्फ 4 लाइनां लिखण दा एक इन्हां लोकां तो 50 रुपये वसूले गए ने और कोई सरकारी रसीद भी नहीं दित्ती गई। सो भाई साहब अपना नाम दसो। ਮੇਰਾ ਨਾਮ ਸਤਿੰਦਰ ਸਿੰਘ ਹੈ ਜੀ। ਸਤਿੰਦਰ ਜੀ, ਜਿਹੜਾ ਇੱਥੇ ਤੁਹਾਡੀ ਜਗ੍ਹਾ ਤੇ 19 ਤਰੀਕ ਨੂੰ ਬੰਦਾ ਸੀਗਾ, ਉਹਦਾ ਨਾਂ ਕੀ ਸੀਗਾ? ਉਹਦਾ ਜਸਵਿੰਦਰ ਸਿੰਘ ਜੀ। ਸੋ ਇਹ ਫਾਰਮ ਗਲਤੀ ਇਹਦੇ 'ਚ ਕੀ ਹੋਈ ਹੈ? ਇਹਦੇ 'ਚ ਸਰ ਜਿਹੜੀ ਇਹਨਾਂ ਦਾ ਨਾ ਜਾਤੀ ਸਰਟੀਫਿਕੇਟ ਬਣਾਇਆ ਹੋਇਆ ਆਪਣੇ ਬਿਹਾਰ ਸਟੇਟ ਦਾ, ਠੀਕ ਆ। ਇਹਦੇ 'ਚ ਇਹਨਾਂ ਨੇ 2 ਕਾਸਟਾਂ ਲਿਖੀਆਂ ਹੋਈਆਂ ਨੇ, ਕੁਛ ਮਤਲਬ ਕੁਸ਼ਵਾਹਾ ਕੋਇਰੀ। ਇਹਨਾਂ ਨੇ ਉਸ ਟਾਈਮ ਜੋ ਉਹਨਾਂ ਨੂੰ ਕਿਹਾ, ਇਹਨਾਂ ਨੇ ਉਹ ਭਰ ਕੇ ਦੇਤੀ, ਤੇ ਅੱਜ ਇਹ ਮੇਰੇ ਕੋਲ ਆਏ ਨੇ ਦੁਬਾਰਾ, ਤੇ ਸਾਡਾ ਕੋਰੀ ਦਾ ਫਾਰਮ ਭਰਿਆ ਹੋਇਆ, ਜਦ ਕਿ ਕੋਰੀ SC ਵਿੱਚ ਆਉਂਦੀ ਆ ਪੰਜਾਬ ਵਿੱਚ, ਤੇ ਇਹਨਾਂ ਨੇ ਫਾਰਮ BC ਦਾ ਭਰਿਆ ਸੀ, ਤੇ ਅੱਜ ਇਹ ਮੈਨੂੰ ਕਹਿ ਰਿਹਾ ਵੀ ਮੇਰਾ ਕੁਸ਼ਵਾਹਾ ਦਾ ਭਰ ਦਿਓ। ਨਹੀਂ, ਇਹ ਇਹਨਾਂ ਨੇ ਭਰਿਆ ਸੀਗਾ ਜਾਂ ਜਸਵਿੰਦਰ ਨੇ ਭਰਿਆ? ਭਰਵਾ ਕੇ ਲੈ ਕੇ ਗਏ ਨੇ ਇੱਥੋਂ, ਮਤਲਬ ਜੋ ਇਹਨਾਂ ਨੇ ਉਹਨੂੰ ਇਨਫੋਰਮੇਸ਼ਨ। ਇਹ ਸਰਟੀਫਿਕੇਟ ਤਾਂ ਉਦੋਂ ਵੀ ਦਿੱਤਾ ਸੀ ਜਿੰਨੀ ਕਿ ਇਨਫੋਰਮੇਸ਼ਨ ਤੁਸੀਂ ਪਾਸ ਔਨ ਕਰ ਰਹੇ ਹੋ, ਇਹ ਇੰਨੀ ਕਿ ਇਨਫੋਰਮੇਸ਼ਨ ਤਾਂ ਉਹਨੇ ਜਸਵਿੰਦਰ ਨੇ ਵੀ ਪਾਸ ਔਨ ਕੀਤੀ ਹੋਊਗੀ। ਇਹ ਸਰ ਇਹਨਾਂ ਨੂੰ ਸਿਟੀਜ਼ਨ ਨੂੰ ਪੁੱਛੋ। ਫਿਰ ਇਹਨਾਂ ਨੂੰ ਪਤਾ ਹੁੰਦਾ, ਇਹ ਤਾਂ ਅਨਪੜ੍ਹ ਨੇ, ਤਾਂ ਹੀ ਤਾਂ 50 ਰੁਪਏ ਦਿੱਤੇ ਜਸਵਿੰਦਰ ਨੂੰ ਫਾਰਮ ਭਰਨ ਦੇ। ਹਾਂਜੀ ਹਾਂਜੀ, ਨਹੀਂ ਇਹਨਾਂ ਨੇ ਇਹ ਗੱਲ ਦੱਸੀ ਹੋਊਗੀ ਨਾ ਵੀ ਅਸੀਂ ਕੋਰੀ ਦਾ ਬਣਵਾਉਣਾ ਜਾਂ ਕੁਸ਼ਵਾਹਾ। ਹੁਣ ਮੈਂ ਇਹਨਾਂ ਨੂੰ ਦੱਸਿਆ ਵੀ ਤੁਸੀਂ ਕੋਰੀ ਦਾ ਫਾਰਮ ਭਰਵਾਇਆ ਹੋਇਆ, ਵੀ ਇਹ ਆਪਣੇ PC 'ਚ ਨਹੀਂ ਆਉਂਦੀ, भी अपने पंजाब स्टेट ਦੇ ਵਿੱਚ SC कास्ट ਚ ਆਉਂਦੀ। कोरी और खुशवाहा क्या हुआ था बात? तो कोयरी कुशवाहा इसमें लिखा हो, जब मैं आपको दे रहा हूँ सिर्फ इसी हिसाब से आप भर दो, कहते दोनों एक ही चीज़ होता है। दोनों एक चीज़ होंगे जी? नहीं जी नहीं, मैं वही तो बंदा गलत गाइड क्यों करे? एक तो 50 रुपये भी लोगों तो नजायज वसूली कर रहा है और उस तो बाद वो गलत गाइड भी कर रहे हो। ਉਹੀ ਤਾਂ ਮੈਂ ਸਰ ਇਹਨਾਂ ਨੂੰ ਮੈਂ ਇਹੀ ਤੁਸੀਂ ਸਹੀ ਗਾਈਡ ਕਰ ਰਹੇ ਹੋ, ਨੋ ਡਾਊਟ। ਤੁਹਾਨੂੰ ਅਸੀਂ ਕੋਈ ਕੁਝ ਨਹੀਂ ਕਹਿ ਰਹੇ, ਬਟ ਜਿਹੜਾ ਤੁਹਾਡਾ ਬੰਦਾ ਇੱਥੇ ਜਸਵਿੰਦਰ ਬੈਠਾ ਹੋਇਆ ਵਾ, ਅਗਰ ਉਹ ਨਜਾਇਜ਼ ਵਸੂਲੀ ਕਰ ਰਿਹਾ ਹੈ ਇਸ ਸਰਕਾਰੀ ਅਦਾਰੇ ਦੇ ਵਿੱਚ ਬਹਿ ਕੇ, ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਜਸਵਿੰਦਰ ਸਿੰਘ ਦਾ ਆਪਣੇ ਸੀਨੀਅਰਸ ਤੋਂ ਕੰਟੈਕਟ ਲੈ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ। ਨਹੀਂ, ਆਪਾਂ ਜ਼ਰੂਰ ਕਰਾਂਗੇ। ਮੈਂ ਤਾਂ ਇਹ ਕਹਿ ਰਿਹਾ, ਜਿਹੜੀ ਜਸਵਿੰਦਰ ਸਿੰਘ ਹੈ ਉਹ ਇੱਥੇ ਸਰਕਾਰੀ ਅਦਾਰੇ ਤੇ ਬਹਿ ਕੇ ਨਜਾਇਜ਼ ਵਸੂਲੀ ਕਰ ਰਿਹਾ, ਸਰਕਾਰੀ ਜੋ ਕੰਮ ਕਰ ਰਿਹਾ, ਜਿਸ ਚੀਜ਼ ਦੇ ਪੈਸੇ ਲੈ ਰਿਹਾ ਉਹਦੀ ਰਿਸਿਪਟ ਵੀ ਨਹੀਂ ਦੇ ਰਿਹਾ, ਔਰ ਲੋਕਾਂ ਦੇ ਫਾਰਮ ਵੀ ਗਲਤ ਭਰ ਰਿਹਾ, ਔਰ ਗਾਈਡ ਵੀ ਨਹੀਂ ਕਰ ਰਿਹਾ। ਹਾਲਾਂਕਿ ਤੁਸੀਂ ਗਾਈਡ ਸਹੀ ਕਰ ਰਹੇ ਹੋ, ਗਾਈਡ ਵੀ ਨਹੀਂ ਕਰ ਰਿਹਾ, ਤੇ ਉਹ ਬੰਦੇ ਨਾਲ ਕੀ ਹੋਣਾ ਚਾਹੀਦਾ? ਉਹ ਸਰ ਜੋ ਰੂਲ ਦੇ ਅਕੋਰਡਿੰਗ ਬਣਦਾ, ਸਾਡੇ ਜੋ ਪਾਲਿਸੀ ਬਣੀ ਹੋਈ ਆ ਉਹਦੇ ਅਕੋਰਡਿੰਗ ਜੋ ਸਾਡੇ ਸੀਨੀਅਰਸ ਐਕਸ਼ਨ ਲੈਣਗੇ। ਤੁਹਾਡੇ ਸੀਨੀਅਰ ਤਾਂ ਕੋਈ ਗੱਲਾਂ ਹੀ ਬਥੇਰੀਆਂ ਮਾਰਦੇ ਨੇ, ਐਕਸ਼ਨ ਤਾਂ ਕੋਈ ਲੈਂਦੇ ਨਹੀਂ। ਲੋਕ ਇੱਥੇ ਦੇਖੋ ਕਿੰਨੇ ਖੜੇ ਹੋਏ ਨੇ, ਖੱਜਲ ਖਰਾਬ ਹੋ ਕੇ ਚਲੇ ਜਾਂਦੇ ਨੇ। ਤੁਹਾਡੀ ਮੈਂ ਗੱਲ ਨਹੀਂ ਕਰ ਰਿਹਾ, ਤੁਸੀਂ ਬਹੁਤ ਵਧੀਆ ਗਾਈਡ ਕਰ ਰਹੇ ਹੋ ਲੋਕਾਂ ਨੂੰ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ। ਅਕਸਰ ਸੇਵਾ ਕੇਂਦਰਾਂ ਦੇ ਵਿੱਚ ਸਰਕਾਰੀ ਅਦਾਰੇ ਨੇ ਲੋਕਾਂ ਵਾਸਤੇ ਸੇਵਾ ਕੇਂਦਰ ਸੇਵਾ ਵਾਸਤੇ ਬਣਾਏ ਗਏ ਨੇ, ਨਾ ਕਿ ਲੋਕਾਂ ਕੋਲੋਂ ਨਜਾਇਜ਼ ਵਸੂਲੀ ਵਾਸਤੇ ਬਣਾਏ ਗਏ ਨੇ। ਮੰਨਦੇ ਹੋ ਇਸ ਗੱਲ ਨੂੰ? ਔਰ ਉੱਥੇ ਸੇਵਾ ਕੇਂਦਰ 'ਚ ਇਹੋ ਜਿਹੇ ਗਰੀਬ ਮਜ਼ਦੂਰ ਲੋਕਾਂ ਨੇ ਹੀ ਆਉਣਾ ਹੁੰਦਾ, ਕੋਈ ਬਾਹਲੇ ਪੜ੍ਹੇ ਲਿਖੇ ਲੋਕਾਂ ਨੇ ਤਾਂ ਆਉਣਾ ਨਹੀਂ ਹੁੰਦਾ। ਜੇ ਇਹਨਾਂ ਗਰੀਬ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਜਾਊਗੀ ਤੇ ਉੱਥੇ ਭਗਵੰਤ ਮਾਨ ਜੀ ਫਿਰ ਕੀ ਕਰਦੇ? ਸੁੱਤੇ ਪਏ ਨੇ? ਨਹੀਂ, ਉਹ ਤਾਂ ਸਰ ਫਿਰ ਜਿਹੜਾ ਨਜਾਇਜ਼ ਕਰੂਗਾ ਉਹਦੇ ਕਾਰਵਾਈ ਹੋਣੀ ਚਾਹੀਦੀ ਆ। ਉਹ ਤਾਂ ਹੈ ਜਦੋਂ ਸਲਿੱਪ ਇਹ ਜਿਹੜਾ ਫਾਰਮ ਇੱਥੇ ਇਹ ਕਹਿ ਰਹੇ ਨੇ 10-10 ਰੁਪਏ ਦਾ ਦੂਜੇ ਸੁਵਿਧਾ ਸੈਂਟਰਾਂ 'ਚ ਵੇਚਿਆ ਜਾ ਰਿਹਾ, ਕੇਂਦਰਾਂ 'ਚ ਵੇਚਿਆ ਜਾ ਰਿਹਾ, ਤੇ ਇੱਥੇ ਤੁਸੀਂ ਫ੍ਰੀ ਦੇ ਰਹੇ ਹੋ। ਉਹ ਫ੍ਰੀ ਸਰ, ਆਧਾਰ ਕਾਰਡ ਦਾ ਫਾਰਮ ਫ੍ਰੀ ਆਫ ਕਾਸਟ ਹੀ ਮਿਲਦਾ ਵਾ।
ਤੇ ਬਾਕੀਆਂ ਦੇ ਫਾਰਮ ਉਹ ਅਲੱਗ-ਅਲੱਗ ਰੇਟ ਹੁੰਦੇ ਆ। ਮੰਨ ਲਓ SCBC ਦਾ ਫਾਰਮ ਲੈਣਾ ਹੋਵੇ, ਐਸਸੀ ਦਾ ਮਤਲਬ 5 ਰੁਪਏ ਦਾ ਫਾਰਮ ਆ ਤੇ 5 ਰੁਪਏ ਦਾ ਵਿੱਚ ਉਹਦੇ 'ਚ ਲੱਗਿਆ ਕੀ ਹੋਇਆ? 5 ਰੁਪਏ ਦਾ SC ਦਾ ਫਾਰਮ ਪ੍ਰਿੰਟ ਆਊਟ ਕੱਢ ਕੇ ਦੇਣਾ, 75 ਪੈਸੇ ਦਾ ਪ੍ਰਿੰਟ ਆਊਟ ਹੈਗਾ। ਉਹ ਫਿਰ ਸਰ ਹੁਣ ਫੀਸ ਰੱਖੀ ਆ ਨਾ ਸਰਵਿਸ B2C। ਨਹੀਂ, ਇਹ ਗਵਰਨਮੈਂਟ ਨੇ ਰੱਖੀ ਵੀ। ਹਾਂਜੀ, ਗਵਰਨਮੈਂਟ ਨੇ ਬਕਾਇਦਾ B2C ਸਰਵਿਸ ਦਿੱਤੀ ਹੋਈ ਆ ਤੇ ਉਹਦੇ ਅਕੋਰਡਿੰਗ ਫਾਈਲ ਮੇਕਿੰਗ ਦੀ ਸਲਿੱਪ ਵੀ ਕੱਟੀ ਜਾਂਦੀ ਆ, ਫਿਲਿੰਗ ਦੀ ਵੀ ਤੇ ਫਾਰਮ ਸੇਲ ਦੀ ਵੀ, ਅਲੱਗ-ਅਲੱਗ ਇਹਦੀਆਂ ਸਲਿੱਪਸ ਵੀ ਕੱਟੀਆਂ ਜਾਂਦੀਆਂ ਨੇ। ਆਪਾਂ ਸਰਟੀਫਿਕੇਟ ਕਲਰ ਪ੍ਰਿੰਟ ਕਢਾਉਂਦੇ ਆ, ਉਹਦੀ ਫੀਸ ਵੀ 50 ਰੁਪਏ, ਲੈਮੀਨੇਸ਼ਨ ਉਹਦੀ ਅਲੱਗ ਤੋਂ 50 ਰੁਪਏ। ਇਹ ਗਵਰਨਮੈਂਟ ਨੇ B2C ਸਰਵਿਸ ਸ਼ੁਰੂ ਕੀਤੀ ਆ ਵੀ ਹਾਂ ਲੋਕ ਬਾਹਰ ਖੱਜਲ ਨਾ ਹੋਣ ਇਸ ਸੇਵਾ ਕੇਂਦਰ 'ਚ ਫਾਰਮ ਬਾਹਰ ਪੈਸੇ ਨਾ ਦੇਣ ਦੁਕਾਨਦਾਰਾਂ ਨੂੰ ਤੇ ਸੇਵਾ ਕੇਂਦਰ 'ਚ ਸਾਰੇ ਪੈਸੇ ਦੇ ਕੇ ਜਾਣ। ਨਹੀਂ, ਪੈਸੇ ਨਹੀਂ ਕਹਿ ਸਕਦੇ, ਪੈਸੇ ਹੀ ਹੋ ਗਏ ਜੀ, ਪੈਸੇ। ਫਾਰਮ ਜਿਹੜਾ ਰੇਟ ਹੈ ਫਾਰਮ ਦਾ, ਬਾਹਰੋਂ ਦੀ ਲੋਕ ਅਗਰ ਖਰੀਦਣ ਜਾਂਦੇ ਨੇ, ਬਾਹਰੋਂ ਨਾ ਖਰੀਦ ਕੇ ਇੱਥੋਂ ਸੇਵਾ ਕੇਂਦਰ 'ਚ ਲੈ ਲੈਣ। ਉਹ ਹਾਂਜੀ, ਫਿਰ ਉਹਦੀ ਆਪਣੇ ਕਈ ਮੁਲਾਜ਼ਮ ਲਗਾਈ ਜਾਂਦੇ ਨੇ, ਜਿਹੜਾ ਫਾਰਮ ਫ੍ਰੀ ਹੈ ਉਹ ਵੀ 10 ਰੁਪਏ ਚੇਪੀ ਜਾਂਦੇ ਨੇ। ਇਹ ਫਿਰ ਉਹਨਾਂ ਨੂੰ ਪੁੱਛਣਾ ਚਾਹੀਦਾ ਨਾ ਜਿਹੜੇ ਦਿੰਦੇ ਨੇ। ਆਪਾਂ ਤਾਂ ਦਿੰਦੇ ਨਹੀਂ, ਜਿਹੜਾ ਫ੍ਰੀ ਆ ਆਪਾਂ ਫ੍ਰੀ ਦਿੰਨੇ ਆ, ਆਪਾਂ ਕਦੇ ਨਹੀਂ ਉਹ। ਹੁਣ ਇਹਨਾਂ ਦਾ ਫਾਰਮ ਦੁਬਾਰਾ ਤੁਸੀਂ ਭਰ ਦਿੱਤਾ, ਹੁਣ ਕੋਈ ਇਹਨਾਂ ਦੇ ਕੋਈ ਚਾਰजेस ਬਣਦੇ ਹੁਣ ਇਹ ਕਹਿੰਦੇ ਅਸੀਂ ਉਸ ਦਿਨ ਦੇ ਕੇ ਗਏ ਆ ਤੇ ਅਸੀਂ ਉਹਨਾਂ ਨੂੰ, ਕਿਉਂਕਿ ਮੇਰੀ ਜਸਵਿੰਦਰ ਨਾਲ ਕੋਈ ਗੱਲ ਨਹੀਂ ਹੋਈ, ਜਾਂ ਤਾਂ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਬਿਠਾ ਕੇ ਪੁੱਛਿਆ ਜਾਓ ਵੀ ਇਹਨਾਂ ਨੇ ਕੀ ਉਹਨਾਂ ਨੂੰ ਦੱਸਿਆ ਵੀ ਉਹਨੇ ਗਲਤ ਭਰਿਆ ਕਿ ਇਹਨਾਂ ਨੇ ਗਲਤ। ਨਹੀਂ, ਤੁਹਾਡੀ ਜਿਹੜੀ ਫੀਸ ਬਣਦੀ ਆ ਤੁਸੀਂ ਲਓ, ਉਹਦੀ ਸਰਕਾਰੀ ਰਿਸਿप्ट ਕੱਟ ਕੇ ਦਿਓ। हाँ बिल्कुल, तुसी जो तो आपकी फ़ीस बनती है वो दीजिए, सरकारी रिसिप्ट जो बनती है कट के लीजिए। सो तुसी देखिया कि सेवा केंद्रां दे जिहड़े हाल ने, किते ना किते ये जिहड़े सेवा केंद्र ने एक ठग बजारी दा धंधा बन चुका होया। सरकारी दफ्तरां दे विच इत्थे जिहड़े फार्म फ्री ने वो भी वेचे जांदे ने, और दूजे पासे ये लोग जिहड़े आम गरीब और मजदूर लोग ने वो किते ना किते खज्जल खराब होंदे ने, दिहाड़ियाँ तोड़ते हैं और काफ़ी टाइम तो परेशान रहते हैं। आप इन्हें गल करते हैं, ये आपने ये फार्म कब भरने के लिए स्टार्ट किया था? 19 तारीख को भरा था मैं। 19 तारीख को? हाँ, काउंसलर के साइन कराए, फिर 3-4 दिन के लिए पटवारी के पास रहा, वो बैठ नहीं रहा था, तो उसके बाद हड़ताल के लिए अभी जब ख़त्म हुआ तो फॉर्म लेके आए हैं। कल आए थे ना, कल लाए फॉर्म, तो फिर कल तो इनका टाइम ख़त्म हो गया था, लेट हो गए हम लोग, तो फिर आज यहाँ पे लेके आए, तो आज यहाँ भरने लग गए तो पता लग रहा है गलत हो रखा है। सो चलते हैं दूसरे सेवा केंद्र। आपका जो दूसरे सेवा केंद्र वाला जो पैसे दिया है 10 रुपया, उसके मुंह पे बोलोगे? बिल्कुल सर, बोल सकते हैं। और 3 आपने बोला 6, मैं फार्म वो फाड़ के आया था। आप बोल रहे थे 6 महीने से दौड़ रहा हूँ, 6 महीने से चक्कर लगा रहा हूँ सर। एक वहाँ पर CCTV कैमरा लगा हुआ तो चेक भी कर सकते हो। मेरी वाइफ साथ में आती है, बच्चे साथ में आते हैं सही कराने के लिए। चलिए, लुधियाना लाइव की टीम एक बार ग्राउंड के उत्ते रियलिटी चैकअप करने वास्ते दूसरे सेवा केंद्र जा रही है, और जिथे ये भाई साहब के ब्लेम लग रहे हैं उत्थे दे प्राइवेट अधिकारियों के उत्ते। हुण सरकारी कहिए कि प्राइवेट कहिए, क्योंकि सरकारी अदायरा वा तो किते ना किते सवाल इकट्ठे खड़े होंदे ने। लुधियाना लाइव की टीम पहुँच चुकी है गैसपुरा पार्क के नाल सेवा केंद्र दे विच। आओ तुहानूं इत्थे दी एक बारी रियलिटी चैकअप करवाइए जिथे इस बंदे दे बड़े वड्डे ब्लेम लगाए जा रहे हैं। आओ भाई साहब, देखो कौन है इंसान जो आपसे नाजायज वसूली किए हैं। हाँ जी, कौन थे? सर ने जिन्होंने कि मेरे तो फार्म के 10 रुपये ले थे। दिखाओ कौन सा। वापस करने लगा तो इन्होंने फार्म मेरे तो वापस नहीं करना, कहना एक बार दिता तो वापस नहीं हो सकता फार्म। तुम दसो सर, ये बच्चे मेरी घर वाली का नाम क्यों नहीं सही हो सकता? पहचानते सर बंदे? जी नहीं सर। सर CCTV कैमरा लग गया ਤੁਹਾਡੇ, मेरी फोटो देखो, ਤੁਹਾਡੇ तो फार्म लिया मैं दोबारा 1 मिनट ਦੇ ਵਿੱਚ वापस कर रहा। ਤੁਸੀਂ फार्म लिया ही नहीं मेरे तो वापस, परसों ਦੀ ਗੱਲ। फार्म ਦੇ ਕਿੰਨੇ ਪੈਸੇ ਲਿੱਤੇ ਸੀ? 10 रुपये। हाँ जी, ਜੇ ਕੋਈ ਹੋਏਗਾ ਜੀ ਸਲਿੱਪ ਹੋਏਗੀ, ਇਹਨਾਂ ਕੋਈ ਦਿੱਕਤ ਨਹੀਂ ਹੈ। नहीं कोई स्लिप नहीं ਦਿੱਤੀ सर। नहीं, अच्छा एक मिनट, फार्म भी दस दो ਕਿਹੜਾ ਲਿੱਤਾ? आप ਬੱਚੇ ਦੀ ਮਾਂ ਸਹੀ ਕਰਾਉਣ ਵਾਸਤੇ। ਆਧਾਰ ਕਾਰਡ? ਆਧਾਰ ਕਾਰਡ ਮੇਰੇ ਕੋਲੇ ਆ ਦੇਖੋ। ਆਧਾਰ ਕਾਰਡ ਦਾ ਫਾਰਮ ਲਿੱਤਾ, ਨਾਮ ਚੇਂਜ ਕਰਵਾਉਣਾ? ਹਾਂਜੀ। ਨਹੀਂ ਜੀ ਨਹੀਂ, ਜੇ ਕੋਈ ਹੁੰਦਾ ਸਾਡੇ ਕੋਲ ਸਾਰੀ ਸਲਿੱਪਸ ਹੁੰਦੀਆਂ ਆਧਾਰ ਕਾਰਡ ਦੀਆਂ। ਆਧਾਰ ਕਾਰਡ ਦੇ ਫਾਰਮ ਦੇ ਕਿੰਨੇ ਪੈਸੇ ਲੈਂਦੇ? ਅਸੀਂ ਫਿਲਿੰਗ ਦੀ ਫੀਸ ਲੈਣੇ ਜੀ, ਪਰਚੀ ਕੱਢ ਕੇ 10 ਰੁਪਏ। ਫਾਰਮ ਦਾ ਉਹਦਾ ਫ੍ਰੀ ਹੁੰਦਾ। ਜਦੋਂ ਤੁਸੀਂ ਫਾਰਮ ਵਾਪਸ ਕਰਦੇ ਪਏ ਸੀਗੇ, ਇਹਨਾਂ ਲਈ ਫਾਰਮ ਨਹੀਂ ਲਿਆ ਜੀ। ਭਰਿਆ ਸੀਗਾ? ਹਾਂਜੀ ਭਰਿਆ ਸੀਗਾ। ਭਰਿਆ ਸੀਗਾ ਜੀ। ਨਹੀਂ ਉਹ ਭਰਿਆ ਨਹੀਂ ਸੀਗਾ, ਉਹ ਖਾਲੀ ਸੀਗਾ। 1 ਮਿੰਟ ਦੇ ਵਿੱਚ ਵਾਪਸ। ਖਾਲੀ ਦੇ 10 ਰੁਪਏ ਲੈ ਲਏ? ਹਾਂਜੀ ਖਾਲੀ ਦੇ। ਦੇਖੋ ਜੀ, ਸਾਡੇ ਕੋਲ ਇੱਕ ਤਰ੍ਹਾਂ ਦਾ ਫਾਰਮ ਨਹੀਂ, ਸਾਡੇ ਕੋਲ ਬਹੁਤ ਸਾਰੇ ਤਰ੍ਹਾਂ ਦੇ ਫਾਰਮ। ਇਹ ਜਿਹੜਾ ਆਧਾਰ ਕਾਰਡ ਨਾਮ ਚੇਂਜ ਕਰਨ ਵਾਸਤੇ
ਕੋਈ ਕਿਸੇ ਦਾ ਨਾਮ ਗਲਤ ਹੋ ਜਾਂਦਾ ਵਾ ਉਹਦੇ ਫਾਰਮ ਦੇ ਕਿੰਨੇ ਪੈ ਲੈਂਦੇ ਹੋ ਖਾਲੀ ਫਾਰਮ? ਨਹੀਂ ਉਹ ਤਾਂ ਫ੍ਰੀ ਹੁੰਦਾ ਜੀ ਬਿਲਕੁਲ। 10 ਰੁਪਏ ਕਹਿ ਰਹੇ ਨੇ। ਨਹੀਂ ਇਹਨਾਂ ਦਾ ਫਾਰਮ ਤੇ ਪੁੱਛੋ ਜੀ ਕਿਹੜਾ ਕਹਿ ਰਹੇ ਆ। ਆਹ ਨਾ ਚੇਂਜ ਕਰਾਉਣ ਵਾਸਤੇ ਆਹ ਫਾਰਮ ਦੀ ਗੱਲ ਕਰ ਰਿਹਾ ਮੈਂ। ਇਹ ਸਾਡਾ ਫਾਰਮ ਹੀ ਨਹੀਂ ਹੈਗਾ ਜੀ, ਇਹ ਤਾਂ ਪ੍ਰਿੰਟਡ ਫਾਰਮ ਹੈ। ਇਹ ਕਾਉਂਸਲਰ ਤੋਂ ਲੈ ਕੇ ਆਇਆ। ਇਹ ਮੈਨੂੰ ਦੂਜੇ ਸੁਵਿਧਾ ਸੈਂਟਰ ਵਾਲਿਆਂ ਨੇ ਦੱਸਿਆ ਵੀ ਕਾਉਂਸਲਰ ਕੋਲੇ ਤੁਸੀਂ ਜਾਓ, ਆਹ ਤੁਸੀਂ ਫਾਰਮ ਭਰਾ ਕੇ ਲਿਆਓ ਤੇ ਬੱਚੇ ਦੇ ਫੋਟੋ ਤੇ ਮੋਹਰ ਲੱਗੇਗੀ ਕਾਉਂਸਲਰ ਦੀ, ਤਾਂ ਜਾ ਕੇ ਤੁਹਾਡਾ ਸਹੀ ਕੰਮ ਕਰ ਦਿਆਂਗੇ। ਉਹਨਾਂ ਨੇ 1 ਵੀ ਰੁਪਈਆ ਨਹੀਂ ਲਿਆ, ਮੇਰਾ ਕੰਮ ਕਰਨ ਵਾਸਤੇ ਓਕੇ ਕਰਤਾ। ਉਹਨਾਂ ਨੇ ਮੈਨੂੰ ਸਹੀ ਰਾਸਤਾ ਪਾਇਆ। ਤੁਸੀਂ ਤਾਂ ਮੈਨੂੰ ਫਾਰਮ ਵੇਚ ਕੇ ਵੀ ਪੈਸੇ ਲੈ ਕੇ ਵੀ ਮੇਰਾ ਕੰਮ ਨਹੀਂ ਕੀਤਾ। ਆ ਉਰੇ ਮੈਂ ਫਾਰਮ ਪਾੜ ਕੇ ਤੁਹਾਨੂੰ ਦਿਖਾ ਦਈਏ ਲੁਧਿਆਣਾ ਲਾਈਵ ਦੇਖਣ ਵਾਲੇ ਦਰਸ਼ਕਾਂ ਨੂੰ, ਆ ਜਿਹੜਾ ਫਾਰਮ ਹੈ ਕਾਉਂਸਲਰ ਸੋਨੀਆ ਸ਼ਰਮਾ ਵਾਰਡ ਨੰਬਰ 31 ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇੱਕ ਫ੍ਰੀ ਸਰਵਿਸ ਦਿੱਤੀ ਗਈ ਹੈ। ਜਿਨ੍ਹਾਂ ਨੇ ਵੀ ਕੋਈ ਇਹ ਫਾਰਮ ਭਰਵਾਉਣਾ ਵਾ ਜਾਂ ਅਟੈਸਟ ਕਰਵਾਉਣਾ ਹੈ, ਕੋਈ ਪੈਸਾ ਨਹੀਂ ਲੱਗਦਾ, ਮਗਰ ਇਸ ਸੇਵਾ ਕੇਂਦਰ ਦੇ ਵਿੱਚ ਪੈਸੇ ਲਿੱਤੇ ਜਾਂਦੇ ਨੇ ਔਰ ਪੈਸੇ ਇਹਨਾਂ ਨੇ ਲਿੱਤੇ ਨਹੀਂ। ਹਾਂਜੀ ਇਹਨਾਂ ਨੇ ਲਿੱਤੇ। ਦੱਸੋ ਸਰ, ਦਿਓ ਜਵਾਬ। ਕਦੋਂ ਜੀ? ਮੇਰੇ ਕੋਲ ਤਾਂ ਇਹਨਾਂ ਨੇ ਕੋਈ ਫਾਰਮ ਨਹੀਂ, ਨਾ ਹੀ ਸਿਟੀਜ਼ਨ ਸਾਡੇ ਕੋਲ ਆਏ ਆ। ਸਰ ਸੀਸੀਟੀਵੀ ਜਿਹੜਾ ਇਹ ਫਾਰਮ ਹੈ ਜੀ ਸਰਕਾਰ ਸੀਸੀਟੀਵੀ ਕੈਮਰਾ ਹੈਗਾ ਤਾਂ ਮੈਂ ਦਿਖਾ ਸਕਦਾ। ਜਦੋਂ ਮਰਜ਼ੀ ਕਢਾਓ ਜੀ, ਹਾਂਜੀ, ਦੇਖੋ ਤੁਹਾਡਾ ਪੂਰਾ ਅਧਿਕਾਰ ਹੈ। ਹਾਂਜੀ ਉਰੇ ਦੇਖੋ ਜਿਹੜਾ ਇਹ ਫਾਰਮ ਹੈ ਜੀ, ਨੂੰ ਆਇਆ ਤੇ ਮੈਂ ਕਿੰਨੀ ਤਰੀਕ ਨੂੰ ਹਾਂਜੀ ਹਾਂਜੀ ਉਹ ਫਾਰਮ ਬਿਲਕੁਲ ਸਹੀ ਗੱਲ ਹੈ। ਸਾਡੇ ਕੋਲ ਜੀ ਹਰ ਫਾਰਮ ਭਰਨ ਦੀ ਫੀਸ ਹੁੰਦੀ ਆ, ਉਹਦੀ ਆਪਾਂ ਸਲਿੱਪ ਕੱਢਦੇ ਆ। ਜਿਹੜਾ ਵੀ ਸਿਟੀਜ਼ਨ ਆਉਂਦਾ, ਜੇ ਇਹਨਾਂ ਕੋਲ ਕੋਈ ਫਾਰਮ ਹੈ ਤਾਂ ਮੈਨੂੰ ਫਾਰਮ ਦਿਖਾਓ, ਕੋਈ ਸਲਿੱਪ ਹੈ ਤਾਂ ਮੈਨੂੰ ਕੋਈ ਸਲਿੱਪ ਦਿਖਾਓ। ਜੇ ਕੋਈ ਫਾਰਮ ਉਹ ਤਾਂ ਕਹਿ ਰਹੇ ਨੇ ਗੁੱਸੇ 'ਚ ਮੈਂ ਫਾਰਮ ਵੀ ਤੁਹਾਡੇ ਸਾਹਮਣੇ ਇਦਾਂ ਪਾੜ ਕੇ ਸੁੱਟ ਦਿੱਤਾ, 10 ਰੁਪਏ ਨਹੀਂ ਦੇਣੇ ਨਾ ਦੇ ਯਾਰ, ਚੱਕ ਤੂੰ। ਸੀਸੀਟੀਵੀ ਹੈ ਜੀ ਸਾਹਮਣੇ, ਸਾਰੇ ਚੈੱਕ ਕਰ ਸਕਦੇ ਹੋ। ਜਿਹੜਾ ਇੱਕ ਪੁਰਾਣਾ ਲੜਕਾ ਤੁਹਾਡਾ ਬਹਿੰਦਾ ਸੀਗਾ, ਉਹ ਉਰੇ ਖੜਾ ਸੀਗਾ। ਉਹਨਾਂ ਨੇ ਮੈਨੂੰ ਦੇਖ ਕੇ ਮੈਨੂੰ ਪਛਾਣਦੇ ਨੇ ਚੰਗੀ ਤਰ੍ਹਾਂ, ਉਹਨਾਂ ਕੋਲ ਕਈ ਕੰਮ ਕਰਾਏ ਨੇ। ਕੌਣ ਸੀਗਾ? ਮੈਂ ਹਾਂਜੀ। ਉਹਦੇ ਬਾਰੇ ਜਾਣਦਾ। ਹਾਂਜੀ ਜਿਹੜਾ ਹੁਣ ਪੁਰਾਣਾ ਕਿਤੇ ਨਾ ਕਿਤੇ ਲੱਗਦਾ ਨਹੀਂ 10 ਰੁਪਏ ਪਿੱਛੇ ਆਪਾਂ ਆਪਣੇ ਆਪ ਨੂੰ ਖਤਮ ਕਰਦੇ ਪਏ ਆ। ਇਹ ਪ੍ਰੋਪਰਲੀ ਪੂਰਾ ਰਿਕਾਰਡ ਹੈ, ਪੂਰੀ ਸਲਿੱਪ ਹੈ। 10 ਰੁਪਏ ਦੀ ਜੇ ਫੀਸ ਹੈ ਤਾਂ ਗਵਰਨਮੈਂਟ ਵੱਲੋਂ ਅਪਰੂਵਡ ਹੀ ਹੈ, ਉਹ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ। ਜੇ ਗਵਰਨਮੈਂਟ ਕਹੇਗੀ ਇਹ ਫਾਰਮ ਭਰੋ ਤਾਂ ਫਿਰ ਅਸੀਂ ਭਰ ਸਕਦੇ ਹਾਂ। ਇਹ ਫਾਰਮ, ਇਹ ਜਿਹੜਾ ਫਾਰਮ ਹੈ ਤਾਂ ਫ੍ਰੀ ਹੈ, ਇਹ ਤਾਂ ਫ੍ਰੀ ਹੈ। ਇਹਨੂੰ ਵੇਚਣ ਦੇ ਕਾਹਦੇ ਪੈਸੇ ਨੇ? ਨਹੀਂ ਇਹ ਤਾਂ ਫਾਰਮ ਅਸੀਂ ਵੇਚਦੇ ਹੀ ਨਹੀਂ। ਉਹ ਤਾਂ ਉਹੀ ਕਹਿ ਰਹੇ ਨੇ ਨਾ, ਫਾਰਮ ਦੇ 10 ਰੁਪਏ ਲਿੱਤੇ ਗਏ ਮੇਰੇ ਕੋਲੋਂ। ਪੁੱਛੋ ਨਾ ਜੀ ਫਾਰਮ ਕਿਹੜਾ ਲਿਆ, ਕਦੋਂ ਲਿਆ? ਆਹ ਫਾਰਮ ਆ, ਆਹ ਫਾਰਮ ਆ, ਮੰਨ ਲਓ ਇਹ ਫਾਰਮ ਹੈ ਖਾਲੀ। ਇਹਨੂੰ ਛੱਡ ਦਿਓ, ਇਹਨੂੰ ਛੱਡ ਦਿਓ। ਇਹ ਕਹਿੰਦਾ ਇਹ ਸੇਮ ਫਾਰਮ, ਖਾਲੀ ਫਾਰਮ ਮੈਨੂੰ 10 ਰੁਪਏ ਵਿੱਚ। ਸਾਡੇ ਕੋਲ ਜੀ ਸਭ ਦੀਆਂ ਐਂਟਰੀਜ਼ ਹੁੰਦੀਆਂ, ਤੁਸੀਂ ਸਾਡੀ ਐਂਟਰੀਜ਼ ਖੁਲਵਾ ਕੇ ਕੱਲੇ ਬੰਦੇ ਨੂੰ ਪੁੱਛ ਲਓ ਅਸੀਂ ਕਿਹੜੇ ਫਾਰਮ ਦੇ ਉਹਨਾਂ ਤੋਂ ਪੈਸੇ ਲੈਣੇ। ਐਂਟਰੀ ਤਾਂ ਉਹਦੀ ਹੋਊਗੀ ਨਾ ਜਿੰਦੀ ਰਸੀਦ ਕੱਟੋਗੇ। ਹਾਂਜੀ ਰਸੀਦ ਕੱਟਦੇ ਆ ਸਰ, ਕਿਉਂ ਨਹੀਂ ਕੱਟਦੇ? ਮੈਨੂੰ ਰਸੀਦ ਕੱਟ ਕੇ ਦਿੱਤੀ ਨਹੀਂ ਜੀ। ਮੈਨੂੰ ਕਦੋਂ ਤੁਸੀਂ ਆਏ ਹੋ, ਕਦੋਂ ਕਿਹੜਾ ਫਾਰਮ ਲਿਆ ਮੈਨੂੰ ਦੱਸੋ ਸਹੀ ਨਾ। ਇਹਨਾਂ ਨੇ ਅੱਛਾ ਮੇਰੀ ਗੱਲ ਇੱਕ ਮਿੰਟ ਯਾਰ, ਇੱਕ ਮਿੰਟ। ਤੁਸੀਂ ਇਹਨਾਂ ਨੂੰ ਜਾਣਦੇ ਹੋ? ਨਹੀਂ ਭਾਜੀ ਨਹੀਂ। ਤੁਸੀਂ ਇਹਨਾਂ ਨੂੰ ਜਾਣਦੇ ਹੋ? ਬਿਲਕੁਲ ਸਰ ਜਾਣਦਾ ਮੈਂ। ਨਹੀਂ, ਇਸ ਤੋਂ ਇਲਾਵਾ ਜਾਣਦੇ ਹੋ? ਨਹੀਂ ਸਰ। ਕਿੱਥੇ ਰਹਿੰਦੇ ਨੇ? ਮੈਨੂੰ ਨਹੀਂ ਪਤਾ। ਕੌਣ ਨੇ? ਮੈਨੂੰ ਨਹੀਂ ਕੀ ਪਤਾ। ਨਾਮ ਹੈ? ਮੈਨੂੰ ਨਹੀਂ ਪਤਾ ਸਰ। ਕੋਈ ਪਰਸਨਲ ਦੁਸ਼ਮਣੀ ਤਾਂ ਨਹੀਂ? ਕੋਈ ਦੁਸ਼ਮਣੀ ਨਹੀਂ ਸਰ। ਤੁਹਾਡੀ ਕੋਈ ਪਰਸਨਲ ਦੁਸ਼ਮਣੀ? ਨਹੀਂ ਜੀ ਨਹੀਂ ਬਿਲਕੁਲ। ਇੱਕ 10 ਰੁਪਏ ਪਿੱਛੇ ਬੰਦਾ ਕੌਣ ਝੂਠ ਬੋਲੂਗਾ? ਵੀਰ ਜੀ ਸਾਨੂੰ ਹੁਣ ਪਤਾ ਤਾਂ ਹੋਵੇ ਨਾ ਜੀ, ਅਸੀਂ ਇਹ ਨਹੀਂ ਹੈ ਜੇ ਆਪਾਂ ਸਾਡੇ ਕੋਲ 100 ਸਿਟੀਜ਼ਨ ਆਏ, 100 ਦੀ ਪਰਚੀ ਹੈ ਤੇ ਕਦੋਂ ਬੰਦਾ ਮੇਰੇ ਕੋਲ ਆਇਆ, ਕਦੋਂ ਕਿਹੜਾ ਫਾਰਮ ਲਿਆ। ਉਹ ਕਹਿ ਰਿਹਾ ਪਰਚੀ 100 ਦੀ ਭਾਵੇਂ ਜ਼ਰੂਰ ਹੈਗੀ ਤੁਹਾਡੇ ਕੋਲ, ਮੈਨੂੰ ਪਰਚੀ ਦਿੱਤੀ ਨਹੀਂ ਉਹ। ਕਿਹੜਾ ਫਾਰਮ ਹੈ ਜੀ? ਫਾਰਮ ਦਿਖਾਓ। ਮੈਂ ਉਹ ਫਾਰਮ ਕਹਿ ਦੇ ਰਿਹਾ ਇਹੋ ਜਿਹਾ ਫਾਰਮ, ਨਾਮ ਚੇਂਜ ਕਰਨ ਵਾਸਤੇ। ਕਦੋਂ ਤੁਸੀਂ ਆਏ ਹੋ? ਮੇਰੇ ਪਾੜ ਕੇ ਗਿਆ। ਕਦੋਂ ਪਾੜ? ਤਾਂ ਸਰ ਇੱਕ ਮਿੰਟ, ਇਹ ਗੱਲਾਂ ਛੱਡੋ, ਇਹ ਗੱਲਾਂ ਛੱਡੋ। ਇਹ ਸਰ ਮੇਰੇ ਬੱਚੇ ਦਾ ਜਨਮ ਸਰਟੀਫਿਕੇਟ ਆ, ਠੀਕ ਆ ਜੀ। ਇੱਥੋਂ ਮੈਂ ਆਨਲਾਈਨ ਕਰਾਇਆ, ਇਹ ਚੈੱਕ ਕਰਕੇ ਦੱਸੋ ਆਨਲਾਈਨ ਹੋਏਗਾ ਨਹੀਂ। ਆਨਲਾਈਨ ਤੋਂ ਬਾਅਦ ਕਹਿੰਦੇ ਵੇ ਸਰ ਇਹ ਪ੍ਰਤਿਮਾ ਦੇਵੀ ਤੋਂ ਆਰਤੀ ਦੇਵੀ ਹੋ ਜਾਏਗਾ। ਆਧਾਰ ਕਾਰਡ ਦੇ ਵਿੱਚ ਮੇਰੇ ਬੱਚੇ ਦੀ ਮਾਂ ਦਾ ਨਾਂ ਆਰਤੀ ਦੇਵੀ ਆ। ਕੰਮ ਹੀ ਦੂਸਰਾ ਜੀ, ਇਹ ਤਾਂ ਜਨਮ ਸਰਟੀਫਿਕੇਟ ਦੀ ਗੱਲ ਕਰ ਰਹੇ ਹੋ। ਉਹ ਕਹਿੰਦੇ ਮਦਰ ਨੇਮ ਜਨਮ ਸਰਟੀਫਿਕੇਟ ਤੇ ਸਹੀ ਸਰ ਜਨਮ ਸਰਟੀਫਿਕੇਟ ਤਾਂ ਬਾਅਦ ਦੀ ਗੱਲ ਆ, ਪਹਿਲਾਂ ਤਾਂ ਮੈਂ ਸਹੀ ਕਰਾਉਣ ਆਇਆ ਵਾਂ, ਠੀਕ ਆ ਜੀ। ਇਹਦੇ ਵਿੱਚ ਤਾਂ ਆਧਾਰ ਕਾਰਡ 'ਚ ਮਦਰ ਨੇਮ ਲਿਖਿਆ ਹੀ ਨਹੀਂ ਜਾਂਦਾ ਜੀ। ਸਰ ਮੈਂ ਆਪਣਾ ਨਾਮ ਲਿਖਿਆ ਹੋਇਆ ਨਾ ਰਾਮ ਕੁਮਾਰ। ਹਾਂਜੀ ਇਹ ਤਾਂ ਮੈਂ ਅਲੱਗ ਫਾਰਮ ਆ ਇਹ ਚੀਜ਼। ਇਹ ਫਾਰਮ ਲੈਣ ਆਏ ਲੱਗਾ, ਇਹ ਮੈਟਰ ਲੱਗਾ, ਇਹ ਮੈਟਰ ਦਾ ਆਧਾਰ ਕਾਰਡ ਦਾ ਫੀਸ ਨਹੀਂ ਹੁੰਦੀ ਜੀ। ਇਹਦੀ ਕੋਈ ਵੀ ਫੀਸ ਨਹੀਂ ਹੁੰਦੀ, ਸਿਰਫ ਇਹਨੂੰ ਫਿਲ ਕਰਨ ਦੇ 10 ਰੁਪਏ ਹੁੰਦੇ ਆ ਜੇ ਫਿਲ ਕਰਾਉਂਦਾ ਬੰਦਾ। ਉਂਝ ਫਾਰਮ ਫ੍ਰੀ ਹੁੰਦਾ ਜੀ ਇਹ। ਸਰ ਹੁਣ ਤੁਸੀਂ ਕਿਹੜਾ ਇਹ ਫਾਰਮ ਤੁਸੀਂ ਹੁਣ ਕਿੱਥੋਂ ਫਿਲ ਕਰਵਾਇਆ? ਇਹ ਸਰ ਕਾਉਂਸਲਰ ਕੋਲੋਂ। ਪੈਸੇ ਕਿੰਨੇ ਦਿੱਤੇ? 1 ਵੀ ਰੁਪਈਆ ਨਹੀਂ, 0 ਕੋਲ। ਉਹਨਾਂ ਨੇ ਆਪ ਭਰ ਕੇ ਦਿੱਤਾ ਮੈਨੂੰ। ਲੱਗਦਾ ਨਹੀਂ ਹੈ ਕਾਉਂਸਲਰਾਂ ਦੇ ਕੋਲੇ ਹੀ ਹੈ ਸਾਰਾ ਸੇਵਾ ਕੇਂਦਰ ਚਲਾਉਣਾ ਚਾਹੀਦਾ। ਹਾਂਜੀ ਇੱਥੇ ਚਲਾਉਣਾ ਚਾਹੀਦਾ ਸਰ। ਕਾਉਂਸਲਰ ਨੂੰ ਚਲਾਉਣਾ ਚਾਹੀਦਾ, ਸਰਕਾਰ ਨੂੰ ਬੰਦ ਕਰਾਉਣਾ ਚਾਹੀਦਾ। ਸਰਕਾਰ ਤਾਂ ਪੈਸੇ ਲਈ ਜਾਂਦੀ ਹੈ। ਹਾਂਜੀ ਸਰ। ਹੁਣ ਦੱਸੋ ਤੁਹਾਡਾ ਨੈਕਸਟ ਮੈਟਰ ਕੀ ਹੈ ਜਿਹੜਾ ਤੁਸੀਂ ਪਿਛਲੇ 6 ਮਹੀਨਿਆਂ ਤੋਂ ਇਹਨਾਂ ਕੋਲ ਚੱਕਰ ਮਾਰ ਰਹੇ ਹੋ? ਹਾਂਜੀ ਸਰ, ਪ੍ਰਤਿਮਾ ਦੇਵੀ ਤੋਂ ਮੈਂ ਆਰਤੀ ਦੇਵੀ ਕਰਾਉਣਾ, ਜਿਹੜਾ ਕਿ ਆਧਾਰ ਕਾਰਡ ਦੇ ਵਿੱਚ ਆਰਤੀ ਦੇਵੀ ਆ। ਇਹਨਾਂ ਨੂੰ ਸਰ ਤਕਰੀਬਨ 6 ਮਹੀਨੇ ਹੀ ਹੋ ਗਏ ਆ। ਕਿਆ ਕਹਿੰਦੇ ਆਫਲਾਈਨ ਤੋਂ ਆਨਲਾਈਨ ਵੀ ਕਰਤਾ ਇਹਨਾਂ ਨੇ। ਹੁਣ ਜਾ ਕੇ ਕਹਿ ਰਿਹਾ ਵੀ ਇਹ ਸਹੀ ਨਹੀਂ ਹੋ ਸਕਦਾ।
ਹੁਣ ਜੇ ਸਹੀ ਇਹਦੇ ਦੱਸੋ ਸਰ, ਇਹ ਅਗਰ ਕੋਈ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੋਈ ਕਲੈਰੀਕਲ ਮਿਸਟੇਕ ਹੋ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਕੀ ਇਹ ਚੇਂਜ ਨਹੀਂ ਹੋ ਸਕਦਾ? ਦੇਖੋ ਜੀ, ਇਹਦਾ ਇੱਕ ਪ੍ਰੋਸੀਜਰ ਹੁੰਦਾ ਹੈ। ਕਰੈਕਸ਼ਨ ਦੀ ਫਾਈਲ ਹੈ, ਗਵਰਨਮੈਂਟ ਨੇ ਬਣਾਈ ਹੈ। ਬੰਦਾ ਕਰੈਕਸ਼ਨ ਦਾ ਫਾਰਮ ਭਰੇ, ਬਕਾਇਦਾ ਉਹਨੂੰ ਅਟੈਸਟ ਕਰਾਏ, ਸਾਡੇ ਕੋਲ ਲਿਆਏ, ਅਸੀਂ ਕਰ ਦਾਂਗੇ। ਪਰ ਸਾਡੇ ਕੋਲ ਅਪਰੂਵਿੰਗ ਅਥਾਰਟੀ ਨਹੀਂ ਹੈ। ਅਪਰੂਵਲ ਲਈ ਇਹ ਪਹਿਲਾਂ ਲੋਕਲ ਰਜਿਸਟਰਾਰ ਸਾਹਿਬ ਕੋਲ ਜਾਈ, ਫਿਰ ਸੀਐਮਓ ਸਾਹਿਬ ਕੋਲ ਜਾਊਗੀ, ਫਿਰ ਉਹਨਾਂ ਕੋਲੋਂ। ਅੱਛਾ, ਇਹਨਾਂ ਨੇ ਜੋ ਪਿਛਲੇ ਇਹ ਕਹਿ ਰਹੇ 6 ਮਹੀਨੇ ਤੋਂ ਮੈਂ ਇੱਥੇ ਚੱਕਰ ਲਗਾ ਰਿਹਾ, ਕਿ ਤੁਸੀਂ ਇਹਨਾਂ ਦੀ ਕਰੈਕਸ਼ਨ ਵਾਸਤੇ ਫਾਰਮ ਭੇਜ ਦਿੱਤਾ? ਸਰ ਦੇਖੋ, ਮੇਰੇ ਕੋਲ ਤਾਂ ਸਿਟੀਜ਼ਨ ਹੁਣ ਆਏ ਆ 7/4 ਨੂੰ ਇਹਨਾਂ ਨੇ ਸਰਟੀਫਿਕੇਟ ਲਿਆ। ਹੁਣ ਇਹਨਾਂ ਨੇ ਉਸ ਤੋਂ ਬਾਅਦ ਸਰਟੀਫਿਕੇਟ ਜੇ ਭਰਿਆ ਤਾਂ ਕੋਈ ਸਲਿੱਪ ਦਿਖਾਓ। ਸਰ ਕਿੰਨੇ ਸਲਿੱਪ ਕੋਈ ਨਹੀਂ ਦਿੱਤੀ ਇਹਨਾਂ ਨੇ। ਸਲਿੱਪ ਸਰ ਮੈਂ ਉਹ ਵੀ ਹੋਵੇਗੀ ਸਰ, ਇੱਕ ਮਿੰਟ, ਸਲਿੱਪ ਤੁਹਾਨੂੰ ਚਾਹੀਦੀ ਹੈ ਨਾ। ਜਮਾ ਕਰਾਉਂਗੇ ਤਦ ਹੀ ਤਾਂ ਤੁਹਾਡਾ ਬਣ ਕੇ ਆਏਗਾ ਨਾ ਜੀ। ਸਰ ਮੈਂ ਕਿੰਨੀ ਵਾਰ ਆਇਆ ਇੱਥੇ ਆ ਜਮਾ ਕਰਾਉਣ ਵਾਸਤੇ, ਠੀਕ ਆ ਸਰ, ਮੇਰਾ ਕਿਸੇ ਨੇ ਜਮਾ ਹੀ ਨਹੀਂ ਭਰਿਆ। ਸਿੱਧਾ ਹੀ ਕਹਿੰਦੇ ਆ, ਮੈਂ ਫਾਰਮ ਕਈ ਭਰ ਕੇ ਆਇਆ ਸਰ, 10-10 ਰੁਪਏ ਦਾ ਫਾਰਮ ਦਿਖਾਓ ਨਾ ਜੀ। ਕੋਈ ਫਾਰਮ ਘਰਾਂ ਪਏ ਆ ਮੇਰੇ, ਲਿਆ ਕੇ ਦਿਖਾ ਦੇਣਾ। ਇਹ ਸਰ ਮੈਨੂੰ ਸਿੱਧਾ ਹੀ ਤੁਹਾਡੇ ਕੋਲੋਂ ਜਵਾਬ ਮਿਲਿਆ ਵੀ ਇਹ ਸਹੀ ਨਹੀਂ ਹੋ ਸਕਦਾ। ਤੁਸੀਂ ਜਵਾਬ ਦਿੱਤਾ ਇਸ ਗੱਲ ਨੂੰ। ਦੇਖੋ ਜੀ, ਤੁਸੀਂ ਤਾਂ ਹੁਣੇ ਆਧਾਰ ਕਾਰਡ ਕਹਿ ਰਹੇ ਸੀ। ਹਾਂਜੀ, ਆਧਾਰ ਕਾਰਡ ਤਾਂ ਉਹ ਅਲੱਗ ਮੈਟਰ ਆ, ਉਹਦੇ ਆਧਾਰ ਕਾਰਡ ਦੀ ਛੱਡ ਦਿਓ। ਮੈਂ ਤਾਂ ਇਸ ਚੀਜ਼ ਦੀ ਵੀ ਕਹਿ ਰਿਹਾ ਵੀ ਆਹ ਮੈਨੂੰ ਆਨਲਾਈਨ ਕਰਕੇ ਦਿੱਤਾ ਤਾਂ ਸਹੀ ਕਰਕੇ ਦਿਓ, ਵੀ ਕੋਈ ਪ੍ਰੋਸੀਜਰ ਦੱਸੋ ਮੈਨੂੰ। ਤੁਹਾਡੇ ਕੋਲ ਨਹੀਂ ਹੁੰਦਾ ਤਾਂ ਅੱਗੇ ਮੈਨੂੰ ਪ੍ਰੋਸੀਜਰ ਦੱਸੋ। ਮੈਨੂੰ ਕੁਝ ਵੀ ਸਰ ਅੱਗੇ ਮੇਰੇ ਵਾਸਤੇ ਮੇਰੀ ਸਮਝ ਤੋਂ ਬਾਹਰ ਕੋਈ ਇਹੋ ਜਿਹਾ ਪ੍ਰੋਸੀਜਰ ਦੱਸਿਆ ਹੀ ਨਹੀਂ। ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ, ਮੈਨੂੰ ਇਹ ਦੱਸੋਗੇ? ਰਾਸਤਾ ਪਾਓ ਕੀ ਪਾਓ। ਦੇਖੋ ਜੀ, ਹੁਣ ਇਹਦਾ ਪ੍ਰੋਸੀਜਰ ਇਹੀ ਹੈ ਕਿ ਇਹ ਫਾਰਮ ਭਰਨਗੇ, ਫਾਰਮ ਨੂੰ ਅਟੈਸਟ ਕਰਾਉਣਗੇ। 2 ਕਾਉਂਸਲਰ ਦਾ ਇਹਨਾਂ ਨੇ ਸਰਕਾਰ ਨੇ ਪ੍ਰੋਵੀਜ਼ਨ ਰੱਖੀ ਆ, ਉਹ ਅਟੈਸਟ ਕਰਾ ਕੇ ਸਾਨੂੰ ਦੇਣੇ ਫਾਈਲ ਲਾਉਣੇ ਆ। ਅਸੀਂ ਸਿਰਫ ਫਾਈਲ ਲਾਉਣ ਵਾਲਿਆਂ ਚੋਂ ਆ। ਫਾਈਲ ਲਾਵਾਂਗੇ, ਅੱਗੇ ਫਾਈਲ ਪ੍ਰੋਸੈਸ ਹੋਏਗੀ ਜੀ, ਉਸ ਤੋਂ ਬਾਅਦ ਹੀ ਹੋਏਗਾ। 3 ਵਾਰ ਫਾਰਮ ਭਰਤਾ, ਉਹ ਕਹਿੰਦੇ ਆਬਜੈਕਸ਼ਨ ਆ ਰਹੀ, ਆਬਜੈਕਸ਼ਨ। ਮੈਂ ਲੇਬਰ ਦਫ਼ਤਰ ਤੱਕ ਖਾਣੀ, ਇੱਥੇ ਵੀ 4 ਵਾਰ ਆ ਗਈਆਂ। ਫਾਰਮ ਇਹ ਭਰ ਕੇ ਨਹੀਂ ਦਿੰਦੇ, ਭਰ ਲਓ। ਮੇਰੇ ਬੇਟੇ ਨੇ ਭਰਿਆ, ਉਹ ਫਿਰ ਵਿਚਾਰੇ ਨੇ ਗਲਤ ਭਰਤਾ, ਪਤਾ ਨਹੀਂ ਕੀ ਬੱਚੇ ਨੂੰ ਨਹੀਂ ਭਰਨਾ। ਇਹਨਾਂ ਨੇ ਮੈਂ ਤਰਲੇ ਕੀਤੇ, ਮੈਂ ਕਿਹਾ ਫਾਰਮ ਭਰ ਦੋ, ਇਹਨਾਂ ਨੇ ਨਹੀਂ ਭਰਿਆ, ਕਹਿੰਦੇ ਆਪੇ। ਹੁਣ ਫਿਰ ਲੇਬਰ ਦਫ਼ਤਰ ਗਈ, ਆਬਜੈਕਸ਼ਨ ਆ ਰਹੀ ਹੈ। 2 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ, ਅਜੇ ਤੱਕ ਕੋਈ ਸਾਨੂੰ ਪੈਸਾ ਨਹੀਂ ਮਿਲਿਆ। 2 ਸਾਲ ਹੋ ਗਏ ਇਹਦੇ ਹੀ ਧੱਕੇ ਖਾ ਰਹੇ? ਧੱਕੇ ਮੈਂ 1.5 ਸਾਲ ਤੋਂ ਖਾ ਰਹੀ ਹਾਂ। 5 ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਮੈਨੂੰ ਕਿਸੇ ਨੇ ਕਿਹਾ ਵੀ ਪਿੰਕ ਕਾਪੀ ਹੈਗੇ ਤੇ ਤੁਹਾਨੂੰ ਕਲੇਮ ਮਿਲੋ, ਬੱਚਿਆਂ ਦਾ ਚੱਲ ਖਰਚਾ ਮਿਲ ਜੂਗਾ। ਆਹ ਦੇਖੋ, ਮੈਨੂੰ ਮੈਂ ਉੱਥੇ ਵੀ ਗਈ ਸੀ ਸੀਨਾ ਦਫ਼ਤਰ, ਉਹ ਕਹਿੰਦੇ ਆਬਜੈਕਸ਼ਨ ਲੱਗਦੀ ਹੈ ਸਰ, ਨਹੀਂ ਬੈਠਿਆ। ਉਹਨਾਂ ਨੰਬਰ ਦਿੱਤਾ ਸੀ, ਉੱਥੇ ਮੈਂ ਫਿਰ ਫੋਨ ਕੀਤਾ। ਹੁਣ ਮੈਂ ਲੇਬਰ ਦਫ਼ਤਰ ਗਈ ਅੱਜ, ਉਹ ਕਹਿੰਦੇ ਸੁਵਿਧਾ ਕੇਂਦਰ ਜਾਓ। ਸੁਵਿਧਾ ਕੇਂਦਰਾਂ ਦੀ ਇਹ ਕਹਿੰਦੇ ਹੁਣ ਉਹ ਐਮਐਲਏ ਦੇ ਦਫ਼ਤਰ ਜਾਓ, ਉੱਥੋਂ ਫਾਰਮ ਮਿਲੂਗਾ, ਇੱਥੋਂ ਨਹੀਂ ਮਿਲੂਗਾ। ਹੁਣ ਕਿਹੜਾ ਫਾਰਮ ਮਿਲੂਗਾ? ਇੱਥੇ ਪਤਾ ਨਹੀਂ ਕੀ ਹੈ ਨਾ, ਆ 27 ਨੰਬਰ ਫਾਰਮ, ਅੱਗੇ ਮੈਂ 23 ਨੰਬਰ ਭਰਿਆ, ਪਤਾ ਨਹੀਂ ਕਿੰਨੇ ਫਾਰਮ ਭਰਦੀ ਹਾਂ। ਸਿੱਧੇ ਰਾਹ ਪਾਓ। ਇਹਨਾਂ ਕੋਲ ਕਿੰਨੀ ਵਾਰੀ ਆ ਚੁੱਕੇ ਤੁਸੀਂ? ਮੈਂ ਇਹਨਾਂ ਕੋਲ 4 ਵਾਰੀ ਆ ਚੁੱਕੀ ਹਾਂ। ਭਾਈ ਸਾਹਿਬ, ਇਹ ਤੁਹਾਡੇ ਕੋਲ 4 ਵਾਰੀ ਆ ਚੁੱਕੇ ਨੇ? ਕੌਣ ਸੀਗੇ, ਪਹਿਚਾਣਦੇ ਹੋ? ਉੱਥੇ ਇਹ ਨਵੇਂ ਆਏ ਨੇ, ਤੁਸੀਂ ਨਵੇਂ ਆਏ ਹੋ? ਕੌਣ ਸੀਗਾ ਦੂਜਾ ਮੁੰਡਾ ਤੁਹਾਡੀ ਜਗ੍ਹਾ ਤੇ ਇੱਥੇ? ਸਭ ਤੋਂ ਪਹਿਲਾਂ ਜੀ ਇੱਥੇ ਕਦੋਂ ਦੀ ਗੱਲ ਹੈ ਜੀ ਇਹ? ਬਾਈਕ ਤੇ ਹੁਣੇ ਕੌਣ ਗਿਆ? ਮੈਨੂੰ ਕੀ ਪਤਾ ਜੀ ਆ ਜਿਹੜਾ ਇੱਥੇ ਸੀ ਐਨਕਾ ਲਾ ਕੇ ਗਿਆ, ਕੀ ਨਾਮ ਹੈ, ਨਾਂ ਭੁੱਲ ਗਿਆ ਉਹਦਾ। ਐਨਕਾ ਲਾ ਗਈ। ਹਾਂ, ਇੱਥੇ ਬਾਈਕ ਤੇ ਗਿਆ। ਫਾਰਮ ਦੇ ਕੇ ਗਿਆ ਉਹਨੇ ਨਹੀਂ, ਜਦੋਂ ਅਸੀਂ ਆਏ ਸੀਗੇ ਫਾਰਮ ਦੇ ਉਹ ਪੁਰਾਣਾ ਮੁੰਡਾ ਹੈ, ਮੈਂ ਨਾਂ ਹੀ ਭੁੱਲ ਗਿਆ। ਹੋਰ ਸੈਂਟਰ ਨਾਲ ਉਹਦੀ ਬਦਲੀ ਹੋ ਗਈ ਹੋ ਗਈ ਪਰ ਇੱਥੇ ਸੀ। ਚਲੋ ਇੰਨਾ ਤਾਂ ਪਤਾ ਹੀ ਹੋਊਗਾ, ਹੁਣੇ ਕੋਈ ਮੁੰਡਾ ਤੁਹਾਨੂੰ ਕੋਈ ਫਾਰਮ ਵਗੈਰਾ ਦੇ ਕੇ ਗਿਆ ਇੱਥੇ? ਕੋਈ ਆਇਆ ਹੋਣਾ। ਇਹ ਪੁਰਾਣੇ ਨੇ, ਬਾਕੀ ਸਾਰਾ ਸਟਾਫ ਨਵਾਂ ਹੈ। ਕਿੰਨੀ ਕੁ ਪੁਰਾਣੀ ਗੱਲ ਹੈਗੀ ਜੀ? ਪੁਰਾਣੀ ਕਿ ਮੈਂ ਕਿੰਨੀ ਵਾਰ ਆ ਗਈ ਹਾਂ। ਆ ਦੇਖੋ ਤੁਸੀਂ ਕਦੋਂ ਦਾ ਭਰਿਆ ਹੋਇਆ। ਆਹ ਇਹ ਦੇਖੋ, ਆ ਡੇਟ ਪਾਈ ਹੋਈ ਹੈ। ਇੱਕ ਵਿਡੋ ਲੇਡੀ ਹੈ ਔਰ ਇਹਨਾਂ ਦੀ ਮਜਬੂਰੀ ਪਿਛਲੇ 1.5 ਸਾਲ ਤੋਂ ਧੱਕੇ ਖਾ ਰਹੇ ਨੇ। 4 ਵਾਰੀ ਇੱਥੇ ਆ ਚੁੱਕੇ ਹੋ? 4 ਵਾਰੀ ਆ ਚੁੱਕੀ। 4 ਵਾਰੀ ਤੁਹਾਡੇ ਕੋਲ ਇੱਥੇ ਆ ਚੁੱਕੇ ਨੇ। ਐਮਐਲਏ ਦੇ ਚੱਕਰ ਲਗਾ ਚੁੱਕੇ ਹੋ ਤੁਸੀਂ? ਫਾਰਮ ਭਰੇ, ਆਬਜੈਕਸ਼ਨ। ਐਮਐਲਏ ਦੇ ਆਫਿਸ ਗਏ ਸੀ? ਐਮਐਲਏ ਦੇ ਆਫਿਸ ਭੇਜੋ, ਉੱਥੇ ਇੱਕ ਫਾਰਮ ਲੈ ਆਓ, ਉਹ ਭਰਿਆ, ਫਿਰ ਆਬਜੈਕਸ਼ਨ ਆ ਗਈ। ਉਹ ਇੱਥੇ ਕੁੜੀਆਂ ਭਰਦੀਆਂ, ਸਾਨੂੰ ਨਹੀਂ ਪਤਾ ਕੀ ਕਰਦੀਆਂ। ਪੁੱਛੋ ਜੀ ਕੀ ਆਬਜੈਕਸ਼ਨ ਕੀ ਆ ਰਹੀ ਹੈ? ਸਰ ਇਦਾਂ ਜੀ, ਇਹ ਨਾ ਪਿੰਕ ਕਾਪੀ ਆ। ਪਿੰਕ ਕਾਪੀ ਦੇ ਤਕਰੀਬਨ ਤੁਸੀਂ ਵਿਸ਼ਵਾਸ ਕਰੋ, ਸਾਡੇ ਕੋਲ ਬਹੁਤ ਪਬਲਿਕ ਖਰਾਬ ਹੁੰਦੀ ਆ। ਪਿੰਕ ਕਾਪੀ ਦੇ ਸਾਰੇ ਕੇਸਿਸ ਦੇ ਵਿੱਚ ਸਾਨੂੰ ਇਹੀ ਸੁਣਨ ਨੂੰ ਮਿਲਦਾ ਕਿ ਉਹਨਾਂ ਦੀ ਕਾਪੀ ਨਹੀਂ ਬਣਦੀ। ਵਜ੍ਹਾ ਇਹ ਹੈ ਜੀ, ਹੁਣ ਇਹ ਅਸੀਂ ਤਾਂ, ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ, ਅਸੀਂ ਤਾਂ ਸਰਵਿਸ ਦੇਣ ਵਾਲੇ ਬੰਦੇ ਕਿ ਮਿਡਲ 'ਚ ਆ ਜਾਂਦੇ ਆ। ਸਾਡੇ ਕੋਲ ਸਿਟੀਜ਼ਨ ਆਉਂਦਾ ਹੈ। ਨਹੀਂ, ਵਜ੍ਹਾ ਕੀ ਹੈ? ਵਜ੍ਹਾ ਹੁਣ ਦੇਖੋ ਜੀ, ਇਹ ਤਾਂ ਗਵਰਨਮੈਂਟ ਹੀ ਜਦੋਂ ਫੰਡ ਰਿਲੀਜ਼ ਕਰਦੀ ਤਦ ਹੀ ਅੱਗੇ ਫੰਡ ਆਏਗਾ। ਨਹੀਂ, ਪਿੰਕ ਕਾਪੀ ਬਣੂਗੀ ਤੇ ਫੰਡ ਆਊਗਾ ਨਾ। ਇਹ ਤਾਂ ਡੈਥ ਹੋ ਚੁੱਕੀ ਹੋਈ ਹੈ, ਇੱਥੇ ਤਾਂ ਕੰਮ ਹੀ ਕੁਝ ਹੋਰ ਹੈ। ਇਹਨਾਂ ਨੂੰ ਪਿੰਕ ਕਾਪੀ ਦੇ ਥਰੂ ਹੀ ਇਹਨਾਂ ਨੇ ਸਕੀਮ ਅਪਲਾਈ ਕੀਤੀ ਹੋਈ ਹੈ ਭਾਜੀ। ਪਿੰਕ ਕਾਪੀ ਥਰੂ ਹੀ ਕੀਤੀ ਹੈ ਨਾ ਜੀ। ਇਹ ਹੁਣ ਇੱਕ ਸਕੀਮ ਹੁੰਦੀ ਹੈ ਜੀ, ਇਹਦੀ ਸਕੀਮ ਦੇ ਹੀ ਉਹਨਾਂ ਨੂੰ ਪੈਸੇ ਆਉਣੇ ਆ। ਇਹ ਤਾਂ ਹੁਣ ਲੇਬਰ ਦਫ਼ਤਰ ਵਾਲੇ ਹੀ ਕਰਨਗੇ ਨਾ ਜੀ। ਇੱਕ ਗੱਲ, ਜੇ ਇਹਨਾਂ ਨੇ ਲੇਬਰ ਦਫ਼ਤਰ ਜਾ ਕੇ ਹੀ ਕੰਮ ਕਰਾਣੇ ਨੇ ਤੇ ਸੇਵਾ ਕੇਂਦਰ ਕਿਉਂ ਖੋਲੇ ਨੇ? ਨਹੀਂ, ਤੁਸੀਂ ਸਮਝੇ ਨਹੀਂ। ਮੈਂ ਇਹ ਦੱਸ ਰਿਹਾ ਕਿ ਲੇਬਰ ਦਫ਼ਤਰ ਵਾਲਾ ਹੀ ਸਰਵਿਸ ਐਂਡ ਤੇ ਇਹਨੂੰ ਅਪਰੂਵਲ ਦੇਗਾ।
ਤੇ ਉਹ ਲੇਬਰ ਦਫ਼ਤਰ ਵਾਲਾ ਕੇਂਦਰ ਨਾਲ ਕਨੈਕਟਡ ਹੈਗਾ ਵਾ? ਲੇਬਰ ਤਾਂ ਸਾਡੇ ਨਾਲ ਹੀ ਕਨੈਕਟ ਨੇ, ਮਤਲਬ ਐਜ਼ ਸੇਵਾ ਕੇਂਦਰ ਨਾਲ ਕਨੈਕਟਡ ਹੈਗਾ ਆਪਣਾ ਜਿਹੜਾ CRM ਹੈਗਾ ਵਾ, ਆਪਣਾ ਜਿਹੜਾ ਸਿਸਟਮ ਹੈਗਾ ਵਾ, ਉਹ ਮੈਪਿੰਗ ਹੈ, ਮੈਪਿੰਗ ਦੇ ਅਕੋਰਡਿੰਗਲੀ ਉਹ ਅਸੀਂ ਤਾਂ ਜੀ ਦੇਖੋ ਆਪਣੇ ਸੌਫਟਵੇਅਰ 'ਚ ਉਹਨਾਂ ਨੂੰ ਸੈਂਡ ਬੈਕ ਕਰ ਦਿੰਦੇ ਹਾਂ। ਤੁਹਾਡੇ ਕਹਿਣ ਦਾ ਮਤਲਬ ਹੈਗਾ ਪਹਿਲੇ ਵੀ 2-3 ਕੇਸ ਅਸੀਂ ਆਪਾਂ ਇੱਥੇ ਦੇਖ ਚੁੱਕੇ ਹਾਂ, ਤੁਹਾਡੇ ਨਾਲ ਵੀ ਡਿਸਕਸ ਹੋਇਆ ਕੇਸ ਬਾਰੇ। ਇਹਦੇ ਬਹੁਤ ਜ਼ਿਆਦਾ ਕੇਸ ਆਉਂਦੇ। ਲੇਬਰ ਦਫ਼ਤਰ ਵਾਲੇ ਜਿਹੜੇ ਇੰਸਪੈਕਟਰ ਹੈ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਪਏ, ਤੁਹਾਡੇ ਸਿਰਫ ਕਹਿਣ ਦਾ ਮਤਲਬ ਇੰਨਾ? ਦੇਖੋ ਜੀ ਇਮਾਨਦਾਰੀ ਤੇ ਕਿਸੇ ਤੇ ਵੀ ਆਪਾਂ ਸ਼ੱਕ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਤਾਂ ਉਹੀ ਹੈ ਨਾ, ਜਿਹੜੇ ਇੰਨੇ ਲੋਕ ਖੱਜਲ ਖਰਾਬ ਹੋ ਰਹੇ ਨੇ। ਦੇਖੋ ਜੀ ਜਿਹੜੀ ਸੀਨੀਅਰ ਅਥਾਰਟੀਜ਼ ਹੈ ਉਹਨਾਂ ਦੀ ਆਪਣੀਆਂ ਕੁਝ ਮਜਬੂਰੀਆਂ ਹੋ ਸਕਦੀਆਂ ਕਿ ਕਿਉਂ ਨਹੀਂ ਪਾਸ ਹੋਇਆ, ਵੀ ਕਿਉਂ ਨਹੀਂ ਹੁਣ ਇਹਦੇ ਬਾਰੇ ਅਸੀਂ ਤਾਂ ਕੁਝ ਦੱਸ ਨਹੀਂ ਸਕਦੇ। ਪਿਛਲੇ 1.5 ਸਾਲ ਤੋਂ ਧੱਕੇ ਖਾ ਰਹੇ ਨੇ, ਹੁਣ ਇਸ ਤੋਂ ਵੱਡਾ ਐਗਜ਼ਾਮਪਲ ਕੀ ਦੇ ਦੇਣਾ? ਮੈਂ ਗਈ ਆ, ਉਹਨਾਂ ਨੇ ਮੈਨੂੰ ਫਿਰ ਇਹਨਾਂ ਦੀ ਜੀ ਚੌਥੇ ਮਹੀਨੇ 'ਚ ਫਾਈਲ ਜਮ੍ਹਾਂ ਹੋਈ ਹੈ। ਇਹ ਤਾਂ ਹੁਣ ਦੇਖੋ ਫੰਡ ਜੇ ਉੱਪਰੋਂ ਦੀ ਇਹ ਸਕੀਮ ਤਾਂ ਇਹਨਾਂ ਦੇ ਖਾਤੇ 'ਚ ਆਉਣੀ ਹੈ ਸਿੱਧੀ। objection ਕਿਉਂ ਲੱਗ ਰਹੀ ਹੈ? ਉਹ ਐਕਸ਼ਨ ਦੀ ਦੇਖੋ ਸਾਡੇ ਕੋਲ ਪ੍ਰੋਪਰਲੀ ਇਹਦਾ ਪੋਰਟਲ ਨਹੀਂ ਹੁੰਦਾ ਕਿ ਅਸੀਂ ਦੇਖ ਸਕੀਏ। ਸਾਡੇ ਕੋਲ ਸਿਰਫ ਲਿਖਿਆ ਆ ਜਾਂਦਾ ਕਿ ਸਾਡੀ ਇਹ ਰਿਕੁਆਇਰਮੈਂਟ ਪੂਰੀ ਕਰ ਦਿਓ, ਅਸੀਂ ਉਹ ਪੂਰੀ ਕਰ ਦਿੰਦੇ ਹਾਂ। ਹੁਣ ਇਹਨਾਂ ਨੂੰ ਕਿਸ ਰਸਤੇ ਪਾਇਆ ਜਾਵੇ ਜਿਹੜੇ ਪਿਛਲੇ 1.5 ਸਾਲ ਤੋਂ ਖੱਜਲ ਖਰਾਬ ਹੋ ਰਹੇ? ਮੇਰੇ ਕੋਲ ਚੌਥੇ ਮਹੀਨੇ ਦੇ ਵਿੱਚ ਇਹ ਫਾਈਲ ਹੈ ਜੀ ਜਿਹੜੀ ਇਹਨਾਂ ਦੀ ਲਿਖਿਆ ਆ ਰਿਹਾ। ਅਸੀਂ ਤਾਂ ਇਹਨਾਂ ਦੀ ਹੁਣ ਦੇਖ ਲੈਣੇ ਕੀ ਇਹਦਾ ਸਟੇਟਸ ਹੈ। ਹੁਣੇ ਮੇਰੇ ਕੋਲ ਆਏ ਸੀ, ਮੈਂ ਇਹਨਾਂ ਨੂੰ ਭੇਜਿਆ ਵੀ ਸੀ। ਚੈੱਕ ਕਰੋ। 27 ਨੰਬਰ ਫਾਰਮ ਇਹਨਾਂ ਨੇ ਕਿਹਾ ਮੈਡਮ ਨੇ ਲੈ ਕੇ ਆਓ, ਇਹ ਕਹਿੰਦੇ MLA ਦੇ ਦਫ਼ਤਰ ਜਾਓ ਉਹ ਦੇਣਗੇ, ਤੁਹਾਡੇ ਕੋਈ ਫਾਰਮ ਹੈ ਨਹੀਂਗਾ। हो जाएगा तो अभी निकाल के दिया, नहीं तो 2-2 घंटे 3-3 घंटे 4-4 घंटे तक खड़े रहना पड़ता है यहाँ पे। और फिर फार्म भरो तो 100 रुपये एक फार्म का दो, फिर 200 रुपये दो। कौन सा फार्म था? वही फार्म जो होता है ना वो भर के देने वाला। कौन सा फार्म का 100 रुपये दिया? जैसे काउंसलर के होता है साइन करवाओ तो यहाँ से फार्म भर के देते हैं तो कहता है कि इतना ये रुपया 100 रुपया जमा कराओ, 100 रुपया लगेगा। फिर जाके जाओ काउंसलर से करा, फिर जाके को पटवारी से करा कर लाओ, फिर जो बनता है इनका ये लेते फिर। ਸੋ ਹੈਗਾ ਜੀ ਇੱਕ ਫਾਰਮ ਆ ਦੇਖੋ, ਇਹ ਵਾਲਾ ਜਿਹੜਾ ਲੇਬਰ ਦਾ ਫਾਰਮ ਹੁੰਦਾ ਨਾ ਜੀ, ਇਹ ਫਾਰਮ ਦੀ ਸਭ ਤੋਂ ਵੱਧ ਆਬਜੈਕਸ਼ਨ ਲੱਗਦੀ। 27 ਨੰਬਰ ਫਾਰਮ ਇਹਨੂੰ ਕਹਿੰਦੇ ਆ। ਇਹ ਭਰਿਆ ਜਾਂਦਾ ਜੀ ਲੇਬਰ ਜਿਹੜਾ ਬੰਦਾ ਕੰਮ ਕਰ ਰਿਹਾ ਕੰਸਟਰਕਸ਼ਨ ਦਾ, ਉਹਦੇ ਠੇਕੇਦਾਰ ਵੱਲੋਂ ਭਰਦੇ ਆ। ਇਹ ਉੱਥੇ ਆਪਣਾ ਵੇਰਵਾ ਪਾਏਗਾ ਐਕਸਪੀਰੀਅੰਸ ਦਾ, ਥੱਲੇ ਕਾਉਂਸਲਰ ਜਾਂ MLA ਦੇ ਸਾਈਨ ਹੋਣਗੇ। ਇਹ ਫਾਰਮ ਹੁੰਦਾ ਜੀ, ਇਹਦੀ ਆਬਜੈਕਸ਼ਨ। ਇਹ ਫਾਰਮ ਦਾ ਮੁੱਲ ਕਿੰਨਾ ਜੀ? ਇਹ ਫ੍ਰੀ ਦੇ ਦਿੰਦੇ ਨੇ, ਸਿੰਗਲ ਫ੍ਰੀ ਹੈ। ਮੈਨੂੰ ਮੈਡਮ ਕਹਿੰਦੀ MLA ਦਫ਼ਤਰੋਂ ਮਿਲੂਗਾ, ਇੱਥੋਂ ਨਹੀਂ ਮਿਲੂਗਾ। MLA ਸਾਹਿਬ ਨੇ ਅਟੈਸਟੇਸ਼ਨ ਕਰਨੀ ਹੈ। ਨਹੀਂ ਉਹ ਇੰਨੀ ਗੱਲ ਕਿਉਂ ਕਹਿ ਰਹੇ ਨੇ MLA ਦਫ਼ਤਰ ਤੋਂ ਫਾਰਮ ਮਿਲੂਗਾ? ਉਹ ਇਹਨਾਂ ਕੋਲ ਪਹਿਲਾਂ ਫਾਰਮ ਨਹੀਂ ਹੈਗਾ ਇਸ ਚੀਜ਼ ਦਾ। ਇਹ ਹੁੰਦਾ ਤੇ ਗੱਲ ਕਿਹੜੀ ਸੀ? ਜਦੋਂ ਮੈਡਮ ਤੁਸੀਂ ਜਮ੍ਹਾਂ ਕਰਵਾਇਆ, 2 ਵਾਰ ਲਾਇਆ ਮੈਂ ਉਹੀ ਦੱਸ ਰਿਹਾ, ਉਹੀ ਫਾਰਮ ਤੁਸੀਂ ਸਾਨੂੰ ਦੇ ਦਿਓ, ਉਹੀ ਚੱਲ ਜਾਏਗਾ। ਤੇ ਮੈਂ ਜਮਾ ਕਰਾ ਚੁੱਕੀ ਆ। ਉਹ ਨਹੀਂ, ਸਾਡੇ ਕੋਲ ਫਿਜ਼ੀਕਲੀ ਤਾਂ ਫਾਰਮ ਰਹਿੰਦਾ, ਅਸੀਂ ਵਾਪਸ ਕਰ ਦਿੰਦੇ ਆ। ਤੇ ਫਿਰ ਉਹ ਮੈਂ ਕਿਤੇ ਸਿੱਟ ਤਾਂ ਤੁਸੀਂ ਸਕੈਨ ਕਰ ਲਈ, ਫਿਰ ਕਿਉਂ ਉਹ ਅਸੀਂ ਰੱਖਦੇ ਹੀ ਨਹੀਂ ਮੈਡਮ। ਜਿਹੜਾ ਮੈਨੂੰ ਪਤਾ ਤੁਸੀਂ ਸਕੈਨ ਕਰ ਲਈ ਸੀ, ਕਰਕੇ ਮੈਨੂੰ ਕਾਗਜ਼ ਵਾਪਸ ਦਿੱਤੇ। ਹੁਣ ਮੈਂ ਪਤਾ ਨਹੀਂ ਉਹ ਕਿੱਥੇ ਰੱਖ 3 ਵਾਰ। ਗੱਲ ਸਮਝੋ ਹਾਂ ਜੀ, ਮੈਂ ਹੁਣੇ ਇਹਨਾਂ ਨੂੰ ਪਹਿਲਾਂ ਵੀ ਦੱਸ ਕੇ ਹਟਿਆ, ਸਾਡੇ ਕੋਲ ਜੀ ਦੁਬਾਰਾ ਕਾਗਜ਼ ਕੱਢਣ ਦਾ ਪੋਰਟਲ ਨਹੀਂ ਹੁੰਦਾ ਲੇਬਰ ਦਾ। ਹੁਣ ਇਹ ਫਾਰਮ ਮੈਂ ਕਿੱਥੋਂ ਭਰੂੰਗੀ ਹੁਣ ਦੱਸੋ? ਇਹ ਤਾਂ ਜੀ ਦੇਖੋ ਭਰਵਾਉਣਾ ਹੀ ਪੈਣਾ ਹੈ। ਇਹ ਤੋਂ ਭਰਵਾਉਂਗੀ। ਜਿੱਥੇ ਤੁਸੀਂ ਲੇਬਰ ਦਾ ਕੰਮ ਕਰਦੇ ਹੋ, ਉਹਦਾ ਠੇਕੇਦਾਰ ਇਹਦੇ ਵਿੱਚ ਐਕਸਪੀਰੀਅੰਸ ਪਾਏਗਾ ਕਿਹੜਾ ਕੰਮ ਤੁਸੀਂ ਕਿੰਨੇ ਟਾਈਮ 'ਚ ਕੀਤਾ। ਮੈਂ ਤਾਂ ਕੰਮ ਕਰ ਨਹੀਂ ਰਹੀ, ਮੈਂ ਤਾਂ ਮਾੜੇ ਮੋਟੇ ਨਟ ਨੋਟ ਕਰਦੀ ਹਾਂ, ਉਹ ਤਾਂ ਇੰਨਾ ਮੈਨੂੰ ਦੇਗਾ ਨਹੀਂ। ਜਿਹੜਾ ਦੇਖੋ ਜੀ ਇਹ ਤਾਂ ਜੋ ਸਰਕਾਰੀ ਇਹਨਾਂ ਦੀ ਡੈਥ ਹੋਈ ਹੈ ਉਹ ਕਰਦੇ ਸੀ। ਮੈਡਮ ਸਮਝੇ ਨਹੀਂਗੇ ਜੀ, ਡੈਥ ਕੇਸ ਇੱਕ ਅਲੱਗ ਮੈਟਰ ਹੈ। ਡੈਥ ਹੋਈ ਲੱਗ ਹੈ, ਉਹਨੂੰ ਤੁਸੀਂ ਪਿੰਕ ਕਾਪੀ ਦੇ ਥਰੂ ਉਹਨਾਂ ਦਾ ਜੋ ਵੀ ਗ੍ਰਾਂਟ ਲੈਣੀ ਹੈ ਉਹਨੂੰ ਤੁਸੀਂ ਭਰਨਾ ਤਾਂ ਪੈਣਾ ਹੀ ਹੈ ਨਾ ਜੀ ਆਪਾਂ ਨੂੰ, ਤਾਂ ਹੀ ਤਾਂ ਆਪਾਂ ਨੂੰ ਮਿਲੇਗਾ। ਜੇ ਹੁਣ ਇੱਕ ਡਿਪਾਰਟਮੈਂਟ ਹੀ ਇਸ ਫਾਰਮ ਦੀ ਆਬਜੈਕਸ਼ਨ ਲਾ ਰਿਹਾ, ਭਰ ਕੇ ਦੇਣਾ ਤਾਂ ਪਏਗਾ। ऑब्जेक्शन लग देगी भाई, कुछ पता लग सकता? सर ऑब्जेक्शन बोला सर, आपने बोला कि वही फार्म आप मेरे को दे दीजिए, तो आप रिटर्न क्यों किए जब उसी पे सुधार हो सकता था? आपने बोला सर, बात तो सुनो, आपने बोला सर कि हम नहीं रख सकते ना। तो आपने बोला अभी कि वही फार्म आप मुझे अभी दे दो, मैं वो ठीक कर दूंगा। तो आपने बोला नहीं, हमने ये कहा है कि आप वही फार्म हमको दे दो, हम अपलोड कर देंगे। वो पहले ऑब्जेक्शन क्यों आया ਜਿਹੜਾ ਉਹੀ ਅਪਲੋਡ ਕਰੋ? ਇਹੀ ਤੇ ਸਰ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, ਸਾਡੇ ਕੋਲ ਪਿੰਕ ਕਾਪੀ ਸਾਰੀਆਂ ਫਾਈਲਾਂ ਦੇ ਆਬਜੈਕਸ਼ਨ ਆਉਂਦੇ। ਸੋ ਦੇਖੋ ਬਹੁਤ ਵੱਡਾ ਇੱਕ ਝੋਲ ਹੈ ਨਜ਼ਰ ਜੋ ਆ ਰਿਹਾ ਹੈਗਾ ਵਾ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ। ਇਹ ਸਾਡੀ ਮਾਤਾਵਾਂ ਭੈਣਾਂ ਜੋ ਕਿ ਇੰਨਾ ਦੁੱਖ ਲੈਣ ਤੋਂ ਬਾਅਦ ਵੀ ਖੱਜਲ ਖਰਾਬ ਹੁੰਦੀਆਂ ਨੇ, ਔਰ ਦੂਜੇ ਪਾਸੇ ਆਪਣੇ ਜਿਹੜੇ ਬਾਬੂ ਜੀ ਖੜੇ ਹੋਏ ਨੇ, ਇਹ ਜਿਹੜੇ ਫਾਰਮ ਆਬਜੈਕਸ਼ਨ ਆ ਜਾਂਦੇ ਨੇ ਔਰ ਆਬਜੈਕਸ਼ਨ ਤੋਂ ਬਾਅਦ ਕਹਿੰਦੇ ਨੇ ਉਹੀ ਫਾਰਮ ਦੁਬਾਰਾ ਦੇ ਦਿਓ। ਤੇ ਕਿਤੇ ਨਾ ਕਿਤੇ ਗੱਲ ਹਜਮ ਜੀ ਨਹੀਂ ਹੋ ਰਹੀ। ਇਹ ਗੱਲ ਹਜਮ ਨਹੀਂ ਹੋ ਰਹੀ ਵੀਰੇ। ਤੁਸੀਂ ਉਹ ਜਿਹੜਾ ਫਾਰਮ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਦੇ ਹੀ ਦਿੱਤਾ, ਲੋ ਜੀ ਇਹ ਰਿਜੈਕਟ ਹੋ ਗਿਆ। ਨਹੀਂ ਰਿਜੈਕਟ ਕਰਕੇ ਨਹੀਂ ਦਿੰਦੇ। ਇੱਕ ਸਿਟੀਜ਼ਨ ਇੱਕ ਫਾਰਮ ਲੈ ਕੇ ਆਇਆ, ਫਾਰਮ ਜਮ੍ਹਾਂ ਕਰਾਇਆ, ਫਾਰਮ ਜਮ੍ਹਾਂ ਕਰਾਉਣ ਤੋਂ ਬਾਅਦ ਉਹਨਾਂ ਨੂੰ ਉਹ ਫਾਰਮ ਵਾਪਸ ਦੇਣੇ, ਸਲਿੱਪ ਆਪਣੀ ਲਾਏ ਨੇ ਕਿ ਤੁਹਾਡਾ ਡਾਟਾ ਉੱਪਰ ਚਲਾ ਗਿਆ। ਮੇਰਾ ਵੀਰ ਤੁਸੀਂ ਹੁਣੇ ਕਿਹਾ ਨਾ ਇਹ ਫਾਰਮ ਜਿਹੜਾ ਤੁਸੀਂ ਭਰਿਆ ਸੀਗਾ,
ਇਹ ਫਾਰਮ ਜਿਹੜਾ ਤੁਹਾਨੂੰ ਦੇ ਦਿੱਤਾ ਜਿੰਦੇ 'ਚ ਆਬਜੈਕਸ਼ਨ ਲੱਗੀ ਸੀਗੀ, ਉਹੀ ਫਾਰਮ ਤੁਸੀਂ ਮੈਨੂੰ ਵਾਪਸ ਕਰ ਦਿਓ, ਮੈਂ ਉਹੀ ਅਪਲੋਡ ਦੁਬਾਰਾ ਕਰ ਦਿੰਦਾ, ਫਿਰ ਦੁਬਾਰਾ ਆਬਜੈਕਸ਼ਨ ਆ ਜਾਊਗਾ, ਫਿਰ ਤੁਸੀਂ ਮੈਨੂੰ ਦੁਬਾਰਾ ਦੇ ਦੇਣਾ, ਫਿਰ ਮੈਂ ਉਹੀ ਅਪਲੋਡ ਕਰ ਦੂੰਗਾ। 1.5 ਸਾਲ ਦਾ, 1.5 ਤੋਂ 3 ਸਾਲ ਹੋ ਜਾਣਗੇ। ਆਬਜੈਕਸ਼ਨ ਲਾਉਣਾ ਸਾਡੇ ਹੱਥ 'ਚ ਨਹੀਂ ਹੈਗਾ ਜੀ। ਤੇ ਉਹੀ ਤਾਂ ਕਹਿ ਰਹੇ ਨਾ, ਆਬਜੈਕਸ਼ਨ ਲਗਾਉਣਾ ਅਗਰ ਤੁਹਾਡੇ ਹੱਥ 'ਚ ਨਹੀਂ ਹੈਗਾ ਤੇ ਇਹ ਜਿਹੜਾ ਫਾਰਮ ਦੀ ਵਜ੍ਹਾ ਨਾਲ ਆਬਜੈਕਸ਼ਨ ਲੱਗਦਾ ਪਿਆ, ਇੰਨਾ ਤਾਂ ਅੰਡਰਸਟੂਡ ਹੈ। ਮੈਂ ਤਾਂ ਚਲੋ ਕਿਸੇ ਪਾਸੇ ਮੈਂ ਹੋਰ ਚਲੇ ਗਿਆ, ਮਗਰ ਉਹ ਬੰਦਾ ਜਿਹੜਾ ਪਿੱਛੇ ਜਿੰਦਾ ਕੰਮ ਹੀ ਨਹੀਂ ਹੈਗਾ ਇਹਦਾ ਬੜਾ, ਇਹ ਕੰਮ ਹੀ ਆਪਣਾ ਕੋਈ ਹੋਰ ਕੰਮ ਆਇਓ मैं तो किसी और दिन ਹਾਂ, ਇਹ ਜਿੰਦਾ ਕੰਮ ਹੀ ਨਹੀਂ, ਇਹਨੇ ਪੁਆਇੰਟ ਨੋਟ ਕਰ ਲਿਆ ਵੀ ਤੁਸੀਂ ਕਹਿ ਰਹੇ ਹੋ ਇਹ ਫਾਰਮ ਦੇ ਵਿੱਚ 27 ਨੰਬਰ 'ਚ ਆਬਜੈਕਸ਼ਨ ਆਇਆ, 27 ਨੰਬਰ ਤੁਸੀਂ ਮੈਨੂੰ ਦੁਬਾਰਾ ਵਾਪਸ ਕਰੋ ਤੇ ਆਪਾਂ ਫਿਰ ਅਪਲੋਡ ਕਰ ਦਿੰਦੇ ਹਾਂ। ਆਬਜੈਕਸ਼ਨ ਆਏਗਾ, ਅਸੀਂ ਤੇ ਉਹੀ ਫਾਰਮ ਦੀ ਡਿਮਾਂਡ ਕਰਾਂਗੇ। ਉਹੀ ਕਹਿ ਰਿਹਾ 27 ਨੰਬਰ ਦਾ ਤਾਂ ਆਬਜੈਕਸ਼ਨ ਆ ਗਿਆ, ਉਹੀ ਫਾਰਮ ਭਰਿਆ ਹੋਇਆ, ਫਿਰ ਤੁਸੀਂ ਅਪਲੋਡ ਕਰੋਗੇ। ਤਾਂ ਡਿਪਾਰਟਮੈਂਟ ਨੂੰ ਚਾਹੀਦਾ ਨਾ ਜੀ ਕਿ ਉਹ ਕਿਹੜਾ ਫਾਰਮ ਦਾ ਆਬਜੈਕਸ਼ਨ। ਮੇਰਾ ਵੀਰ 27 ਨੰਬਰ ਦਾ ਉਹ ਕਹਿ ਤਾਂ ਰਹੇ ਨੇ 27 ਨੰਬਰ ਦਾ ਫਾਰਮ ਆਬਜੈਕਸ਼ਨ ਆਇਆ, ਤੁਸੀਂ ਵੀ ਕਹਿ ਰਹੇ ਹੋ ਵੀ ਜਿਹੜਾ 27 ਨੰਬਰ ਦਾ ਤੁਸੀਂ ਫਾਰਮ ਭਰਿਆ ਸੀਗਾ, ਅਸੀਂ ਇਹ ਡਾਕੂਮੈਂਟ ਨਹੀਂ ਰੱਖਦੇ, ਤੁਹਾਨੂੰ ਵਾਪਸ ਕਰ ਦਿੰਦੇ ਆ, ਤੁਸੀਂ ਉਹੀ ਫਾਰਮ ਮੈਨੂੰ ਦੇ ਦਿਓ ਤੇ ਮੈਂ ਉਹੀ ਫਾਰਮ ਅਪਲੋਡ ਕਰ ਇਹ ਤਾਂ ਫਿਰ ਡਿਪਾਰਟਮੈਂਟ ਦੀ ਗਲਤੀ ਹੈ ਨਾ ਜੀ, ਉਹ 'ਚ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਮੇਰਾ ਵੀਰ ਆਪਣੀ ਗਲਤੀ ਨਹੀਂ ਹੈਗੀ ਕਿਤੇ ਵੀ, ਸਾਡੀ ਤੁਸੀਂ ਜਿਹੜੀ ਆਬਜੈਕਸ਼ਨ ਆ ਗਿਆ ਉਹਦੇ ਚ ਆਬਜੈਕਸ਼ਨ ਕੀ ਆਇਆ ਇਹ ਦੇਖਣਾ ਆਪਣਾ ਜੇ ਫਰਜ਼। ਇੱਕ ਫਾਈਲ ਗਲਤ ਹੈ ਜਾਂ ਜੇ ਲੱਗਦਾ ਉੱਤੇ ਆਬਜੈਕਸ਼ਨ, ਅਸੀਂ ਉਹ ਫਾਈਲ ਜਮ੍ਹਾਂ ਹੀ ਨਹੀਂ ਕਰਦੇ, ਪਹਿਲਾਂ ਹੀ ਆਬਜੈਕਸ਼ਨ ਰੇਜ਼ ਕਰਦੇ ਹਾਂ। ਜੇ ਇਨ ਕੇਸ ਇਹਨਾਂ ਦੇ ਕੋਲ ਪਹਿਲਾਂ ਫਾਰਮ ਸਹੀ ਹੈ, ਜੇ ਉਹ ਕਹਿ ਰਹੇ ਮੈਂ 2 ਵਾਰ ਪਹਿਲਾਂ ਆਈ ਹਾਂ, ਮੈਂ ਜਮ੍ਹਾਂ ਕਰਵਾਇਆ, ਤਾਂ ਯਾਨੀ ਕਿ ਫਾਰਮ ਠੀਕ ਹੈ। ਹੁਣ ਉਹ ਕਹਿ ਰਹੇ ਜੀ ਮੇਰੇ ਤੋਂ ਭਰਾਇਆ ਤਾਂ ਜਾਣਾ ਨਹੀਂ, ਮੈਂ ਉਹਨਾਂ ਨੂੰ ਇਹੀ ਕਿਹਾ ਕਿ ਦੁਬਾਰਾ ਫਾਰਮ ਦੋ ਜੀ, ਦੁਬਾਰਾ ਲੱਗ ਮੈਂ ਕਿਹਾ ਜੇ ਠੀਕ ਹੈ ਤੇ ਫਿਰ ਦੁਬਾਰਾ ਉਹੀ ਫਾਰਮ ਨੂੰ ਕਿਉਂ ਮੰਗਿਆ ਜਾ ਰਿਹਾ? ਇਹ ਡਿਪਾਰਟਮੈਂਟ ਵੱਲੋਂ ਆਉਂਦੀ ਹੈ ਜੀ, ਇਹ ਡਿਪਾਰਟਮੈਂਟ ਇਹ ਕਲੀਅਰ ਕਿੱਦਾਂ ਹੋਊਗਾ? ਇਹਦੀ ਜੀ ਦੇਖੋ, ਇਹਦੀ ਟਾਈਮ ਤੇ ਮੀਟਿੰਗ ਹੁੰਦੀ ਰਹਿੰਦੀ ਹੈ। ਮੀਟਿੰਗ ਹੋਣ ਤੇ ਅਸੀਂ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਇਹ ਮੁੱਦਾ ਚੱਕਿਆ ਜਾਂਦਾ ਕਿ ਸਾਨੂੰ ਇੱਥੇ ਦਿੱਕਤ ਆ ਰਹੀ ਕਿ ਪਬਲਿਕ ਪਰੇਸ਼ਾਨ ਹੋ ਰਹੀ ਹੈ। ਕਿੰਨੀ ਵਾਰੀ ਮੁੱਦਾ ਚੱਕਿਆ ਗਿਆ? ਇਹ ਤਾਂ ਮੁੱਦਾ ਹਮੇਸ਼ਾ ਹੀ ਹੁੰਦਾ ਜੀ, ਹਮੇਸ਼ਾ ਮੁੱਦਾ ਹੁੰਦਾ ਤੇ ਹਮੇਸ਼ਾ ਸੋਲਵ ਹੀ ਨਹੀਂ ਹੁੰਦਾ। ਹਰ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਹੈਗੀਆਂ ਨੇ, ਕਿੰਨੀਆਂ ਕੰਪੀਟੈਂਸੀਆਂ ਨੇ ਜਿਹੜੀਆਂ ਤੁਸੀਂ ਹਰ ਵਾਰੀ ਤੁਸੀਂ ਮਿਹਨਤ ਕਰਦੇ ਹੋ, ਇੱਥੇ ਲੋਕਾਂ ਨਾਲ ਡੀਲ ਕਰਦੇ ਹੋ, ਇੱਥੋਂ ਦੀ ਮੁੱਦਾ ਤੁਸੀਂ ਹਰ ਵਾਰੀ ਆਪਣੇ ਸੀਨੀਅਰ ਨਾਲ ਡਿਸਕਸ ਕਰਦੇ ਹੋ ਔਰ ਹਰ ਵਾਰੀ ਸੋਲਵ ਨਹੀਂ ਹੁੰਦਾ। ਇਹ ਇੰਨੇ ਲੋਕ ਖਰਾਬ ਹੋ ਰਹੇ ਨੇ। ਇਹ ਮੁੱਦਾ ਹੁੰਦਾ ਜੀ, ਇਹ ਸਾਡੇ ਲੈਵਲ ਦਾ ਮੁੱਦਾ ਨਹੀਂ ਹੈ। ਤੁਸੀਂ ਮੁੱਦਾ ਤੁਹਾਡੇ ਕੋਲ ਆ ਗਿਆ, ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮੀਟਿੰਗ 'ਚ ਦੱਸਤਾ ਸਰ ਸਾਨੂੰ ਇਹ ਆਬਜੈਕਸ਼ਨਸ ਬਾਰ-ਬਾਰ ਆ ਰਹੀਆਂ ਨੇ, ਲੋਕ ਖੱਜਲ ਖਰਾਬ ਹੋ ਰਹੇ ਨੇ, ਇਹੀ ਕੁਝ ਕਹਿੰਦੇ ਹੋ? ਬਿਲਕੁਲ ਜੀ ਬਿਲਕੁਲ। ਉਸ ਤੋਂ ਬਾਅਦ ਵੀ ਤੁਹਾਡੇ ਸੀਨੀਅਰ ਅਧਿਕਾਰੀ ਕਿਹੜੀਆਂ ਪੱਟੀਆਂ ਇਹੋ ਜਿਹੀਆਂ ਲਗਾਈਆਂ, ਕੰਨਾਂ 'ਚ ਰੂਹਾਂ ਪਾਈਆਂ ਨੇ ਜਿਹੜਾ ਕਿ ਉਹ ਮੁੱਦਾ ਹੀ ਸੋਲਵ ਨਹੀਂ ਹੋ ਪਾ ਰਿਹਾ। ਸਰ ਦੇਖੋ, ਇਹ ਤਾਂ ਵੱਡੇ ਅਫਸਰਾਂ ਦੇ ਲੈਵਲ ਦੀ ਗੱਲ ਹੈ, ਇਹਦੇ ਨਾਲ ਸਾਡਾ ਕੋਈ ਲਿੰਕ ਨਹੀਂ। ਸਾਡੇ ਕੋਲ ਜੇ ਚੀਜ਼ ਬਣ ਕੇ ਆਈ ਅਸੀਂ ਤਾਂ ਪਬਲਿਕ ਨੂੰ ਪ੍ਰੋਵਾਈਡ ਕਰ ਦੇਣੀ ਹੈ। ਜੇ ਬਣ ਕੇ ਨਹੀਂ ਆਈ, ਜੇ ਕੋਈ ਆਬਜੈਕਸ਼ਨ ਆਉਂਦੀ ਹੈ ਤਾਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਦੱਸ ਦਈਏ ਸਾਨੂੰ ਆਹ ਚੀਜ਼ ਪੂਰੀ ਕਰ ਦਿਓ। ਸੋ ਸਵਾਲ ਪੈਦਾ ਹੁੰਦੇ ਨੇ ਵੱਡੇ ਅਫਸਰਾਂ ਦੇ ਉੱਤੇ ਵੀ, ਜਿੱਥੇ ਇਹਨਾਂ ਨਿਚਲੇ ਅਧਿਕਾਰੀਆਂ ਵੱਲੋਂ ਜਦੋਂ ਅਫਸਰਾਂ ਨੂੰ ਦੱਸਿਆ ਜਾਂਦਾ ਵੀ ਇਹ ਆਬਜੈਕਸ਼ਨਸ ਕਰਕੇ ਲੋਕਾਂ ਦੀ ਖੱਜਲ ਖਰਾਬੀ ਹੋ ਰਹੀ ਹੈ, ਲੋਕ ਵਾਪਸ ਮੁੜ ਕੇ ਜਾਂਦੇ ਨੇ ਜਾਂ 4 ਮੰਦੀਆਂ ਚੰਗੀਆਂ ਵੀ ਸੁਣਾ ਕੇ ਜਾਂਦੇ ਨੇ, ਮਗਰ ਉਸ ਮੀਟਿੰਗਾਂ ਤੋਂ ਬਾਅਦ ਵੀ ਇਹਨਾਂ ਦੇ ਦੱਸਣ ਤੋਂ ਬਾਅਦ ਵੀ ਸਰਕਾਰੀ ਬਾਬੂ ਜਿਹੜੇ ਵੱਡੇ ਅਧਿਕਾਰੀ, ਜਿਹੜੇ ਇਹਨਾਂ ਦੇ ਵੱਡੇ ਅਧਿਕਾਰੀ ਨੇ, ਕਿਤੇ ਨਾ ਕਿਤੇ ਕੁੰਮ ਕਰਨ ਦੀ ਨੀਂਦ ਸੁੱਤੇ ਪਏ ਨੇ। ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇਹ ਜਿਹੜਾ ਆਬਜੈਕਸ਼ਨ ਹੈ ਵੀ ਇਹਨੂੰ ਕਲੀਅਰ ਕਰਵਾਈਏ ਤਾਂ कि लोगों को खज्जल खराबी ना हो। हाँ जी माता जी बताइए क्या हुआ? हम भी आए थे वो लेने के लिए, तो वो 2 हफ्ता बाद बुलाए थे, तो कहती है अभी नहीं बना है, अभी अगले हफ्ता आके पता करना। कल के डेट है स्कूल में जमा कराने के लिए। तो ये क्या बनवाए क्या थे? इनकम सर्टिफिकेट, उसका ये रसीद मिला हुआ है। इनकम सर्टिफिकेट बनवाए थे, उसका रसीद दे दिया है और अब 2 हफ्ता हो गया है, नहीं बना। डेट दिखाइए। मैं 3 हफ्ते के बाद आ रही हूँ। पटवारी को भी 100 रुपया दे के आए थे। पटवारी को? हाँ, ये 100 रुपये दे के आए थे इसके लिए, बनवाने के लिए। क्या बनवाया पटवारी से? ये बोले हैं कि ये है स्टैंप साइन करवा के, हाँ साइन करा के। नहीं, वो स्टैंप साइन करने का 100 रुपये ले लिया आपसे? हाँ, वो 100 रुपये लेते ही ये फिर बनाने के लिए 100 रुपये लेते। क्या नाम है पटवारी का? ओ, नाम तो नहीं जानते हैं, सरदार है। नंबर उनका पटवारी है, ये तो गवर्नमेंट का फॉर्म आ गया, ये स्टाम है जी। ये स्टैंप कितने लगी है पटवारी की? पटवारी दे स्टैंप नहीं होती जी, वो वाला तो जमा हो गया। वो वाला जमा हो गया। वो वाला तो यहाँ पे आप कितने टाइम से यहाँ पे धक्के खा रहे हो? मैं तो 1 महीना हो गया। 1 महीना हो गया। हाँ। काम नहीं हो रहा? नहीं, अभी अगले हफ्ते बोल रही है कि मिलेगा। अगले हफ्ते बोल रहे हैं हाँ, हमें आके पता करना। ये 2 हफ्ते बाद बुलाई थी। इनकम सर्टिफिकेट बनवाना है,
और अभी आपको कोई किसी ने अच्छे तरीके से गाइड किया, समझाया? नहीं समझाया? उधर वो खड़े उनको जाके मिले थे आप? नहीं, मैं उधर मिल के आई हूँ जहाँ से। इधर मिलो पहले, आप हमारे सामने मिलो। 1 महीने तो एक खज्जल खराब हो रहे ने, हाले भी इन्हां नूं इनकम सर्टिफिकेट वास्ते 2 हफ्ते बाद का टाइम दिता गया वा। आपने अभी चेक करवाया मैडम? वो क्या कह रहे हैं? एक हफ्ता बाद आना वो। ਸਰ ਇਦਾਂ ਹੈਗਾ ਜੀ, ਜਿਵੇਂ ਤੁਸੀਂ ਜਾਣਦੇ ਹੋ ਮਿਨਿਸਟਰੀਅਲ ਦੀ ਪਿੱਛੇ ਹੜਤਾਲ ਚੱਲ ਰਹੀ ਸੀ, ਮੇਰੇ ਹਿਸਾਬ ਨਾਲ ਉਹਦੇ ਕਰਕੇ ਹੀ ਹਾਲ ਤੱਕ ਨਹੀਂ ਆਇਆ। ਹੁਣ ਦੇਖੋ ਅਸੀਂ ਤਾਂ ਕਿਸੇ ਪਬਲਿਕ ਨੂੰ ਡਿਲਾਈਨ ਨਹੀਂ ਕਰਦੇ, ਅਸੀਂ ਫਾਰਮ ਜਮ੍ਹਾਂ ਕਰ ਦੇਣਾ, ਪਰ ਪਿੱਛੇ ਤੁਹਾਨੂੰ ਪਤਾ 20 ਦਿਨ ਹੜਤਾਲ ਰਹੀ ਹੈ, ਉਹਦੇ ਕਰਕੇ ਸਾਰਾ ਕੰਮ ਲੇਟ ਹੋਇਆ। आपको पता है भी सरकारी कामकाज में कहीं पे हड़ताल चल रही है? नहीं, मेरे को नहीं पता। आपको किसी ने बताया? नहीं। आप कितना पढ़े हो? मैं ज़्यादा नहीं पढ़ी, 5 तक पढ़ी। ये वो लोग ने जिन्हां नूं सरकारी डिपार्टमेंट बारे नहीं पता। ये ਉਹੀ लोग ने ਜਿਹੜੇ ਅਨਪੜ੍ਹ ਨੇ, ਜਿਨ੍ਹਾਂ ਨੂੰ ਫਾਰਮ ਨਹੀਂ ਭਰਨਾ ਆਉਂਦਾ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਲਮ ਛੋੜ ਹੜਤਾਲ ਕਿਹਨੂੰ ਕਹਿੰਦੇ ਨੇ। ਇਹ 1 ਮਹੀਨੇ ਤੋਂ ਹਰਾਸ ਹੋ ਰਹੇ ਨੇ, ਬਾਰ-ਬਾਰ ਆ ਰਹੇ ਨੇ, ਮਗਰ ਆਪਣੇ ਜਿਹੜੇ ਇੱਥੇ EMPLOYE ਬੈਠੇ ਨੇ ਉਹਨਾਂ ਨੂੰ ਇਹਨਾਂ ਨੂੰ ਸਮਝਾਉਣਾ ਚਾਹੀਦਾ। ਦੇਖੋ ਜੀ 11/10 ਨੂੰ ਇਹਨਾਂ ਦੀ ਡਿਲੀਵਰੀ ਡੇਟ ਆ ਵੀ 11 ਤਰੀਕ ਨੂੰ ਇਹਨਾਂ ਨੂੰ ਸਰਟੀਫਿਕੇਟ ਮਿਲਣਾ ਸੀ, ਪਰ ਉਸ ਟਾਈਮ ਦੇ ਵਿੱਚ ਹੜਤਾਲ ਦਾ ਪੀਰੀਅਡ ਸੀਗਾ। ਕੱਲ ਹੀ ਹਲੇ ਹੜਤਾਲ ਖੁੱਲੀ ਹੈ ਤੇ ਹੁਣੇ ਮੈਡਮ ਆਏ ਨੇ, ਅਸੀਂ ਇਹਨਾਂ ਨੂੰ ਇਹੀ ਦੱਸ ਰਹੇ ਹਾਂ ਤੁਹਾਡੇ ਮੈਂ ਕਹਿ ਰਿਹਾ ਵਾਂ, ਇਹ ਕਹਿ ਰਹੇ ਪਿਛਲੇ 1 ਮਹੀਨੇ ਤੋਂ ਮੈਂ ਚੱਕਰ ਲਗਾ ਰਹੀ ਹਾਂ, 1 ਮਹੀਨੇ ਤੋਂ ਖੱਜਲ ਖਰਾਬ ਹੋ ਰਹੀ ਹਾਂ, ਠੀਕ ਹੈ, ਮੇਰਾ ਕੰਮ ਨਹੀਂ ਹੋ ਰਿਹਾ। ਇਟ ਮੀਨਸ ਇਹਨਾਂ ਨੂੰ ਜਦੋਂ ਆਉਂਦੇ ਨੇ ਇਹੀ ਕਹਿ ਕੇ ਮੋੜ ਦਿੱਤਾ ਜਾਂਦਾ ਹੋਊਗਾ, ਅਭੀ ਹੁਆ नहीं जी, बाद में आना। हाँ जी, उस टाइम आए थे, काम कराए तो 2-3 दिन आए। उसके बाद से बोले कि 2 हफ्ते के बाद मिलेगा। सेवा केंद्र कब आए थे? वो 2 हफ्ता से बेसी हो गया। ਦੇਖੋ ਸਰ ਹੁਣ ਇਹੀ ਹੈ ਨਾ ਜੀ, 11/10 ਨੂੰ ਤਾਂ ਡਿਲੀਵਰੀ ਡੇਟ ਹੈ ਵੀ 11/10 ਨੂੰ ਸਰਟੀਫਿਕੇਟ ਬਣ ਕੇ ਆਏਗਾ। ਹੁਣ ਉਸ ਦੌਰਾਨ ਜੇ ਇਹਨਾਂ ਨੇ ਨਹੀਂ ਚੱਕਰ ਮਾਰਿਆ ਜਾਂ ਫਿਰ 11/10 ਕਹਿ ਤਾਂ ਰਹੇ ਨੇ, ਮੈਂ ਆਈ ਹਾਂ ਉਹ 2 ਹਫ਼ਤਾ ਪਹਿਲੇ। ਉਹ ਕਹਿ ਰਹੇ ਜੀ ਜਦੋਂ ਮੈਂ ਜਮ੍ਹਾਂ ਕਰਾਇਆ ਉਸ ਤੋਂ ਬਾਅਦ 2 ਤੋਂ 3 ਦਿਨਾਂ ਬਾਅਦ ਕਹਿ ਰਹੇ ਆ। नहीं ओके, आपको 2 हफ्ता हो गया? 2 हफ्ता से ऊपर हो गया, बनवाने के लिए आए थे। ਸਰ ਉਹ ਕਹਿੰਦੇ ਪਏ ਜੀ 2 ਹਫ਼ਤੇ ਤੋਂ ਉੱਪਰ ਮੈਂ ਪਹਿਲਾਂ ਬਣਵਾਉਣ ਆਈ ਸੀ। 11/10 ਦੀ ਡਿਲੀਵਰੀ ਡੇਟ ਹੈ। 21/9 ਨੂੰ ਇਹਨਾਂ ਨੇ ਜਮ੍ਹਾਂ ਕਰਾਇਆ। आपको किसी ने यहाँ पे समझाया था ये कब तक मिलेगा? 2 हफ्ते के बाद बोले थे। 2 हफ्ते के बाद बोले थे, उसके बाद 2 हफ्ते के बाद आए थे आप? नहीं। कब आए थे? आज आए। ਹਾਂਜੀ ਉਹ ਕਹਿੰਦੇ ਜੀ ਉਹ 2 ਹਫ਼ਤੇ ਬਾਅਦ ਨਹੀਂ ਆਏ, ਹੁਣ ਅੱਜ ਆਏ ਨੇ, ਅੱਜ ਹੀ ਹੁਣ ਆ ਕੇ ਪਤਾ ਲੱਗੇਗਾ ਨਾ ਜੀ ਕਿ 20 ਦਿਨ ਹੁਣ ਕਦੋਂ ਤੱਕ ਹੋ ਜਾਊਗਾ? ਸਰ ਦੇਖੋ ਇਹਦਾ ਸਰਕਾਰ ਨੇ ਇੱਕ ਸਿੰਪਲ ਪ੍ਰੋਸੈਸ ਬਣਾਇਆ ਕਿ ਜਿਵੇਂ ਹੁਣ ਨਹੀਂ ਪਤਾ ਲੱਗਦਾ ਇਹਨਾਂ ਨੂੰ, ਇੱਕ ਮੈਸੇਜ ਸਰਵਿਸ ਵੀ ਹੈਗੀ ਹੈ। ਤੁਸੀਂ ਇੱਕ ਫਾਈਲ ਜਮ੍ਹਾਂ ਕਰਾਉਂਦੇ ਹੋ ਜਾਂ ਬਣ ਕੇ ਆਉਂਦਾ, ਤੁਹਾਨੂੰ ਮੈਸੇਜ ਆ ਜਾਏਗਾ। ਹੁਣ ਚਲੋ ਇਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਅਸੀਂ ਚੈੱਕ ਕਰ ਦਿੰਦੇ ਹਾਂ। ਹੁਣ ਜਿਵੇਂ ਚੈੱਕ ਕਰਾਉਣਾ ਹੈ, ਸਾਨੂੰ ਪਤਾ ਲੱਗਿਆ ਕਿ ਹਲੇ ਪੈਂਡਿੰਗ ਹੈ। ਇਹ ਸਰ ਇਹ ਮਤਲਬ ਕਿ ਇਹਦਾ ਸਾਡੇ ਨਾਲ ਲਿੰਕ ਨਹੀਂ, ਇਹ ਤਾਂ ਪੋਟੈਂਸੀ ਦਾ ਇੱਕ ਕੇਸ ਬਣਦਾ ਜੀ। ਸੋ ਪੋਟੈਂਸੀ ਦਾ ਕੇਸ ਬਣਦਾ। ਹੁਣ ਮਾਤਾ ਜੀ ਨੂੰ ਕੀ ਗਾਈਡ ਕਰੋਗੇ? ਮੈਂ ਇਹਨਾਂ ਨੂੰ ਇਹੀ ਇੰਤਜ਼ਾਰ ਕਰਨ ਦੀ ਸਲਾਹ ਦੇਵਾਂਗਾ। ਇਹੀ ਕਦੋਂ ਤੱਕ ਇਹਨਾਂ ਨੂੰ ਕੋਈ ਆਸਵਾਸ਼ਨ ਤਾਂ ਦਿਓ, ਕਿੰਨੇ ਕੁ ਦਿਨ ਲੱਗਣਗੇ? आप ये पर्ची जमा करवा दो ना, पर्ची भी चलेगा ये। तो फिर आएंगे तो क्या दिखाएंगे, मिलेगा? कोई बात नहीं, आप अकेला नंबर ले आना इसका, या एक फ़ोटो कापी करवा के आप रख लो, हमारे पास ले आना। इसकी फ़ोटो कापी करवा के रख लो आप, ठीक है। सो ये ਜਿਹੜੇ ਲੋਕ ਨੇ ਭੋਲੇ ਭਾਲੇ ਅਨਪੜ੍ਹ ਲੋਕ ਨੇ, ਜਿਨ੍ਹਾਂ ਨੂੰ ਸੇਵਾ ਕੇਂਦਰ ਦੇ ਵਿੱਚ ਇਹ ਲੋਕ ਤਾਂ ਆਉਂਦੇ ਨੇ ਵੀ ਤਾਂ ਕਿ ਇਹਨਾਂ ਨੂੰ ਸਹੂਲਤਾਂ ਮਿਲਣ, ਇੱਕ ਚੰਗੀ ਸਰਵਿਸ ਮਿਲੇ ਸਰਕਾਰ ਦੀ। ਸੋ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈਂਦਾ। ਸੋ ਆਓ ਆਪਾਂ ਇੱਕ ਵਾਰੀ DM ਸਾਹਿਬ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਹੈਗਾ ਉਹਨਾਂ ਦਾ ਜਸਵਿੰਦਰ ਸਿੰਘ ਨੂੰ ਲੈ ਕੇ, ਔਰ ਜਿਹੜੀਆਂ ਫੀਸਾਂ ਨੇ, ਜਿਹੜੀਆਂ ਫਾਰਮ ਭਰਨ ਦੀਆਂ ਫੀਸਾਂ ਨੇ, ਉਹਨੂੰ ਲੈ ਕੇ ਕੀ ਕਹਿੰਦੇ ਨੇ। ਤੁਹਾਡੇ ਇੱਥੇ ਮੈਂ ਖੜਾ ਵਾਂ, ਜਿਹੜਾ ਹੈਗਾ ਬਿਜਲੀ ਦਫ਼ਤਰ ਦੇ ਘਰ ਨਾ, ਗੈਸਪੁਰੇ ਸੇਵਾ ਕੇਂਦਰ। ਅੱਛਾ ਜੀ। ਕਿਉਂਕਿ ਅਕਸਰ ਇਹੀ ਕਾਲਸ ਆਉਂਦੀਆਂ ਨੇ, ਇੱਥੇ ਪੈਸੇ ਲੈ ਕੇ ਲੋਕ ਫਾਰਮ ਭਰਦੇ ਨੇ। ਪੈਸੇ ਨਾਲ ਲੈ ਕੇ ਭਰਦੇ ਆ ਜੀ ਫਾਰਮ ਦਾ? ਪੈਸੇ ਲੈ ਕੇ ਫਾਰਮ ਭਰਦੇ ਮਤਲਬ ਫਾਰਮ ਭਰਨ ਦੇ ਪੈਸੇ ਲੱਗਦੇ ਨੇ ਜੀ? ਹਾਂਜੀ ਹਾਂਜੀ ਹਾਂਜੀ, ਫਾਰਮ ਭਰਨ ਦੀ ਫੀਸ ਹੈ ਜੀ। ਕਿੰਨੀ ਫੀਸ ਹੈ? ਕਿੰਨੀ ਫੀਸ ਹੈ? ਕਿਸੇ 10 ਰੁਪਏ ਦੀ ਹੈ, ਕਿਸੇ ਦਾ 1 ਰੁਪਇਆ ਵੀ ਹੈ, ਕਿਸੇ ਦਾ 500 ਰੁਪਇਆ ਵੀ ਹੈ ਜੀ। ਡਿਪੈਂਡ ਕਰਦਾ ਫਾਈਲ ਤੇ। ਕੋਈ SCBC ਦਾ ਸਰਟੀਫਿਕੇਟ ਨਾ ਹੋਵੇ ਉਹਦੇ 50 ਰੁਪਏ ਜੀ। ਤੇ ਉਹਦੀ ਰਸੀਦ ਮਿਲਦੀ ਹੈ ਜੀ? ਨਹੀਂ ਹੈਗੀ। SC ਦੀ 50 ਰੁਪਏ, BC 100 ਰੁਪਏ ਜੀ।
ਹਾਂ ਮੈਂ ਉਹੀ ਕਹਿ ਰਿਹਾ ਨਾ, ਇਹਨਾਂ ਕੋਲ ਰਸੀਦ ਨਹੀਂ ਹੈਗੀ ਕੋਈ ਵੀ ਸਰਕਾਰੀ ਕਦੋਂ ਰਸੀਦ। ਗਏ? 19 ਤਰੀਕ ਨੂੰ। ਮੰਮੀ ਕਿਹੜੀ ਆਹ ਵਾਲੀ 10ਵੇਂ ਮਹੀਨੇ ਦੀ। ਇੰਨੀ ਹਾਂਜੀ। ਉੱਥੇ ਜਸਵਿੰਦਰ ਤਾਂ ਆਉਂਦਾ ਹੀ ਨਹੀਂ ਉੱਥੇ ਤਾਂ। ਨਹੀਂ, ਉਹ ਤੁਹਾਡਾ ਮੁੰਡਾ ਜਿਹੜਾ ਮੇਨ ਆ ਛੁੱਟੀ ਦੇ ਉੱਤੇ ਹੀ, ਉਹਦੀ ਜਗ੍ਹਾ ਤੇ ਜਸਵਿੰਦਰ ਸੀਗਾ। ਮੋਨਾ ਜਾਂ ਮੋਨਾ ਹੈ ਨਾ। ਜਿਹੜਾ ਤੋਂ ਦੇਖੋ ਕੰਪਲੇਂਟ ਕਰ ਦੋ, ਜੇ ਲਿਖੇ ਤਾਂ ਆਪਾਂ ਕਰ ਦਾਂਗੇ, ਸਾਰਾ ਸੋਲੂਸ਼ਨ ਕੱਢ ਦਾਂਗੇ। ਚਲੋ ਠੀਕ ਹੈ। ਸੋ ਤੁਸੀਂ ਦੇਖਿਆ ਕਿ ਡੀਐਮ ਸਾਹਿਬ ਕਹਿ ਰਹੇ ਨੇ 1 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਫਾਰਮ ਭਰਨ ਦੇ, ਫਾਈਲ ਬਣਾਉਣ ਦੇ ਅਸੀਂ ਪੈਸੇ ਲੈਨੇ ਆ। ਸੋ 50 ਰੁਪਏ ਜਿਹੜਾ ਹੈਗਾ ਐਸਸੀ ਸਰਟੀਫਿਕੇਟ ਦੇ ਭਰਨ ਦੇ ਲੈਨੇ ਆ, ਮਗਰ ਉਹ ਭਰਨ ਦੇ ਪੈਸੇ ਜਸਵਿੰਦਰ ਸਿੰਘ ਨੇ ਸਰਕਾਰੀ ਰਸੀਦ ਕਿਉਂ ਨਹੀਂ ਕੱਟੀ, ਸਵਾਲ ਪੈਦਾ ਹੁੰਦੇ ਨੇ। ਇਹੋ ਜਿਹੇ ਬਹੁਤ ਸਾਰੇ ਸੁਵਿਧਾ ਸੈਂਟਰ ਨੇ ਜਿੱਥੋਂ ਸਵੇਰੇ 8 ਵਜੇ ਤੋਂ ਲੋਕ ਲਾਈਨਾਂ ਦੇ ਵਿੱਚ ਲੱਗਦੇ ਨੇ ਔਰ 3 ਵਜੇ ਤੱਕ ਪੂਰੇ ਖੱਜਲ ਖਰਾਬ ਹੁੰਦੇ ਨੇ। ਅਗਰ ਦੋਸਤੋ ਤੁਹਾਡੇ ਵੀ ਏਰੀਏ ਦੇ ਵਿੱਚ ਸੇਵਾ ਕੇਂਦਰਾਂ ਦੇ ਵਿੱਚ ਇਹੋ ਜੀ ਘਟੀਆ ਸਰਵਿਸ ਨੂੰ ਪੇਸ਼ ਕੀਤਾ ਜਾ ਰਿਹਾ, ਦਿੱਤਾ ਜਾ ਰਿਹਾ, ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰਕੇ ਜ਼ਰੂਰ ਦੱਸੋ। ਅਸੀਂ ਦਿਖਾਵਾਂਗੇ ਉਹ ਸਾਰੀਆਂ ਭ੍ਰਸ਼ਟਾਚਾਰ ਦੀਆਂ ਤਸਵੀਰਾਂ ਜਿੰਦੇ ਵਿੱਚ ਇਹ ਸਰਕਾਰੀ ਬਾਬੂ ਆਪਣੇ ਅਫਸਰਸ਼ਾਹੀ ਦੀ ਕੁਰਸੀ ਦਾ ਆਨੰਦ ਮਾਣ ਰਹੇ ਨੇ। ਆਪਾਂ ਤੁਹਾਨੂੰ ਦਿਖਾਵਾਂਗੇ ਸਿੱਧੀਆਂ ਲਾਈਵ ਤਸਵੀਰਾਂ ਗਰਾਊਂਡ ਜ਼ੀਰੋ ਲੈਵਲ ਦੀਆਂ, ਜਿੱਥੇ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਜਾਂਦੀ ਹੈ ਮਗਰ ਉਹਨਾਂ ਨੂੰ ਸਰਕਾਰੀ ਰਸੀਦ ਨਹੀਂ ਦਿੱਤੀ ਜਾਂਦੀ ਹੈਗੀ ਹੈ। ਤੁਸੀਂ ਜੁੜੇ ਰਹੋ ਕੈਮਰਾਮੈਨ ਹਰਜੀਤ ਦੇ ਨਾਲ। ਸੁਸ਼ੀਲ ਮਚਾਨ ਦੀ ਰਿਪੋਰਟ, ਲੁਧਿਆਣਾ ਲਾਈਵ।